वाहिगुरु साहिब जी। वाहिगुरु वाहिगुरु। सब कट तिसके ओ करने सदा सदा तिसका नमस्कार। प्रभु की उस्तत करो दिन रात, तिसे त्यावो सास गिरास। सब कछ वरतै तिसका किया, जैसा करे तैसा को तिया। अपना खेल आप करने हार, दूसर कौन कहे विचार। जिसनों कृपा करे तिसे अपन नाम दे, बड़ भागी नानक जन से। मेरे माधो जी मेरे माधो जी, सत संगत मिले सो तरिया। गुरु प्रसाद परम पद पाया, सो कै काष्ट हरिया। धन सो वेला जित दर्शन करना, हाँ बलहारी सतगुर चरना। ज़ारा ज़हूर हाजरा हजूर सर्व कला भरपूर समर्थ गुरु। लोक परलोक दे रखियक भगत वशल ज्ञान दे सागर। धन धन श्री गुरु ग्रंथ साहिब महाराज जी की पावन पवित्र गोद हजूरी दे विच गुरु शब्द दे नाल जुड़ बैठी जुड़ रही साध संगत जी धनता दे योग भागे हो। सतगुरु जी ने दया की मेहर की जीवन बख्शिया, सवास बख्शे ने जीवन ते सवासा नूं लेके विच लाउण दा बड़ा ही प्यारा समा बख्शिया। सफल मूरत सफला घड़ी जित सच्चे नाल प्यार। सफल मूरत सफला घड़ी जित सच्चे नाल प्यार। वो समा घड़ी समय नूं जिन्ने भी तरीकों के नाल मन्निया गया वंडिया गया, वो सब घड़ियां वो सब पल दिन रैन पैर सारे सफल ने। जित सच्चे नाल प्यार, जिसदा सच्चे दे नाल प्यार। साडे मुताबिक सच्चा कौन है? परमात्मा सच्चा, साडा गुरु सच्चा, गुरु ग्रंथ साहब सच्चा। सानू इंज लगता भी सानू इन्हां दे नाल प्यार करना चाहिए। बाकी जिहड़ा संसार
ਉਹਨੂੰ ਝੂਠਾ ਵੀ ਕਿਹਾ ਤੇ ਇਹਨੂੰ ਸੱਚਾ ਵੀ ਕਿਹਾ। ਝੂਠਾ ਕਿਵੇਂ ਹੈ ਤੇ ਸੱਚਾ ਕਿਵੇਂ, ਅਲੱਗ-ਅਲੱਗ ਵਿਸ਼ੇ ਨੇ। ਕੇਵਲ ਸੱਚ ਗੁਰੂ ਗ੍ਰੰਥ ਸਾਹਿਬ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਰੂਪ ਦੇ ਵਿੱਚ ਸਾਰੇ ਬ੍ਰਹਿਮੰਡ ਵਿੱਚ ਸ਼ਬਦ ਰੂਪ ਵਿੱਚ ਹਨ। ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਜੋ ਦਿਸੈ ਸੋ ਤੇਰਾ ਰੂਪ, ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਅਰੂਪ ਹੈ, ਹਰ ਰੂਪ ਨਦਰੀ ਆਇਆ। ਇਹਦਾ ਮਤਲਬ ਸੱਚੇ ਦਾ ਥਾਂ ਜਿਹੜਾ ਹੈ, ਸੱਚੇ ਦੀ ਜੋਤ ਜਿਹੜੀ ਕੱਲੀ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਜਾਂ ਠਾਕਰ ਦੁਆਰਿਆਂ ਦੇ ਵਿੱਚ ਨਹੀਂ ਹੈ, ਉੱਥੇ ਤੇ ਹੈ ਹੀ ਹੈ। ਸਭ ਜਗ੍ਹਾ ਉਹ ਸੱਚੇ ਦਾ ਵਾਸ ਹੈ। ਸੱਚੀ ਤੇਰੀ ਸਿਫਤ, ਸੱਚੀ ਸਾਲਾ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਜੋ ਜਗ ਹੈ, ਜੋ ਕੁਦਰਤ ਹੈ, ਜੋ ਵੀ ਬਣਾਇਆ ਹੋਇਆ ਪ੍ਰਮਾਤਮਾ ਨੇ, ਇਹ ਵੀ ਸੱਚ ਹੈ। ਇਸ ਸੱਚੇ ਦੇ ਨਾਲ ਵੀ ਜੁੜਨਾ ਹੈ, ਸੱਚੇ ਦੇ ਨਾਲ ਜੁੜ ਕੇ ਕਰਮ ਕਮਾਉਣਾ। ਹਵਾ, ਪਾਣੀ, ਅੱਗ, ਧਰਤੀ, ਆਕਾਸ਼, ਮਿੱਟੀ, ਜੋ ਵੀ ਚੀਜ਼ਾਂ ਨੇ, ਇਹ ਸਾਰੀਆਂ ਹੀ ਸੱਚੇ ਦਾ ਰੂਪ ਹਨ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨਾ, ਜਿਵੇਂ ਅਸੀਂ ਗੁਰੂ ਨਾਨਕ ਨੂੰ ਪਿਆਰ ਕਰਨਾ, ਇਵੇਂ ਉਸ ਦੀ ਬਣਾਈ ਹੋਈ ਦੁਨੀਆ ਨੂੰ ਵੀ ਮਹਾਰਾਜ ਜੀ ਦੇ ਪਿਆਰ ਤੇ ਸਤਿਕਾਰ ਕਰਨਾ। ਕਿਉਂਕਿ ਇਹ ਸੰਸਾਰ ਰੂਪ ਜਿਹੜਾ ਪਰਮਾਤਮਾ ਹੁੰਦਾ, ਪਰ ਇਹ ਚੀਜ਼ ਸਾਡੇ ਅੰਦਰ ਆਉਣੀ ਔਖੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸੱਚਾ ਸਮਝ ਲਵਾਂਗੇ, ਗੁਰੂ ਨੂੰ, ਪ੍ਰਮਾਤਮਾ ਨੂੰ ਸੱਚਾ ਸਮਝ ਲਵਾਂਗੇ, ਗੁਰਦੁਆਰੇ ਨੂੰ ਸੱਚਾ ਸਮਝ ਲਵਾਂਗੇ, ਮੰਦਰ ਨੂੰ ਸੱਚਾ ਸਮਝ ਲਵਾਂਗੇ। ਪਰ ਜਿੰਨਾ ਵੀ ਸੰਸਾਰ ਹੈ, ਉਹਦੇ ਵਿੱਚ ਬਹੁਤ ਚੰਗਾ ਵੀ ਸੰਸਾਰ ਹੈ, ਬਹੁਤ ਮਾੜਾ ਵੀ ਸੰਸਾਰ ਹੈ। ਕੀ ਅਸੀਂ ਸਾਰਿਆਂ ਨੂੰ ਚੰਗੇ ਸਮਝ ਸਕਦੇ ਹਾਂ? ਜਿਹੜੇ ਚੰਗੇ ਨੇ ਉਹਨਾਂ ਨੂੰ ਤੇ ਅਸੀਂ ਚੰਗੇ ਸਮਝ ਸਕਦੇ ਹਾਂ, ਇਹ ਤੇ ਕੋਈ ਵੀ ਸਮਝ ਸਕਦਾ। ਵੱਡੀ ਸਿਆਣਪ ਪਤਾ ਕਿਹੜੀ ਹੈ? ਜਿਹੜੇ ਚੰਗੇ ਨਹੀਂ ਉਹਨਾਂ ਨੂੰ ਵੀ ਚੰਗਾ ਸਮਝ ਲਏ, ਇਹਨੂੰ ਕਹਿੰਦੇ ਨੇ ਕਮਾਈ। ਇੱਕ ਚੰਗੇ ਨੇ ਉਹਨਾਂ ਨੂੰ ਤੇ ਅਸੀਂ ਚੰਗੇ ਕਹਿੰਦੇ ਹੀ ਹਾਂ, ਉਹਨਾਂ ਨੂੰ ਤੇ ਅਸੀਂ ਚੰਗੇ ਸਮਝਦੇ ਹੀ ਹਾਂ। ਉਹ ਤੇ ਨੈਚੁਰਲੀ ਅਸੀਂ ਉਹਨੂੰ ਚੰਗੇ ਕਹਿਣੇ ਕਹਿਣਾ। ਕੋਈ ਸਾਨੂੰ ਚੰਗਾ ਕਹੇ ਅਸੀਂ ਉਹਨੂੰ ਵੀ ਚੰਗਾ ਕਹਿੰਦੇ ਹਾਂ, ਕੋਈ ਸਾਡੀ ਸਿਫਤ ਕਰੇ ਅਸੀਂ ਵੀ ਚਾਰ ਲਫ਼ਜ਼ ਉਹਦੀ ਸਿਫਤ ਵਿੱਚ ਬੋਲ ਦਿੰਦੇ ਹਾਂ। ਮਹਾਰਾਜ ਜੀ ਕਹਿੰਦੇ ਅਵਸਥਾ ਤੇ ਜਾਣਾ ਚਾਹੁੰਦਾ, ਤੇਰੀ ਕੋਈ ਨਿੰਦਿਆ ਕਰੇ, ਤੇਰੀ ਕੋਈ ਬੁਰਾਈ ਕਰੇ, ਤੂੰ ਉਸ ਦੀ ਅਗਲੇ ਦੀ ਬੁਰਾਈ ਨਾ ਕਰ। ਇਹ ਹੈ ਕਮਾਈ। ਇਹਨੂੰ ਕਹਿੰਦੇ ਨੇ ਨਿਤਨੇਮ ਕੀਤਾ, ਇਹਨੂੰ ਕਹਿੰਦੇ ਨਾਮ ਦੀ ਕਮਾਈ ਕੀਤੀ, ਇਹਨੂੰ ਕਹਿੰਦੇ ਭਜਨ ਸਿਮਰਨ ਮਾਲਾ ਫੇਰੀਆਂ। ਬਾਣੀ ਵਿੱਚ ਜਿਸ ਨੂੰ ਲਿਖਿਆ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਭਗਤ ਜੀ ਕਹਿੰਦੇ ਨੇ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਹਮ ਨਹੀਂ ਚੰਗੇ, ਗੁਰੂ ਨਾਨਕ ਦੇਵ ਜੀ ਦੀ ਪੰਕਤੀ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਪਰ ਮੈਂ ਤੇ ਇੰਜ ਕਵਾਂਗਾ ਵੀ ਮੈਂ ਚੰਗਾ ਬਾਕੀ ਬੁਰੇ। ਮੇਰੀ ਇਹ ਸੋਚ ਹੋਏਗੀ, ਗੁਸਤਾਖੀ ਮਾਲ ਸਾਡੀ ਇਹ ਸੋਚ ਹੋਏਗੀ ਮੈਂ ਤੇ ਚੰਗਾ ਉਹ ਹੀ ਮਾੜਾ। ਪਰ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਫਿਰ ਤੂੰ ਮੇਰੀ ਗੱਲ ਮੰਨੀ ਨਹੀਂ। ਮੈਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਕਹਿਣਾ, ਤੂੰ ਕਹਿ ਮੈਂ ਮਾੜਾ। ਇਹ ਕਹਿ ਸਕਦਾ ਕਦੀ ਮਾੜਾ? ਇਹ ਤੇ ਫਿਰ ਜਦੋਂ ਕੋਈ ਕਮਾਈ ਹੋਏਗੀ ਉਹੀ ਕਹੇਗਾ ਭਾਈ ਮੈਂ ਮਾੜਾ। ਉਦਾਂ ਕਹਿ ਦੇਣਾ ਵੀ ਮੈਂ ਮਾੜਾ ਭਾਈ ਤੁਸੀਂ ਚੰਗੇ ਹੋ, ਇਹ ਹੰਕਾਰ ਦੀ ਨਿਸ਼ਾਨੀ ਹੈ। ਜਿਵੇਂ ਉਹ ਬੜੀ ਪਿਆਰੀ ਪ੍ਰਮਾਣ ਦਿੰਦੇ ਨੇ, ਸਤਿਪੁਰਖ ਵੀ ਸੁਣਾਉਂਦੇ ਨੇ। ਉਹ ਕੋਈ ਰਾਜਾ ਜਿਹੜਾ ਮਹਾਂਪੁਰਸ਼ਾਂ ਕੋਲ ਜਾਂਦਾ, ਹੱਥ ਜੋੜ ਕੇ ਕਹਿੰਦਾ ਮੈਂ ਪਾਪੀ, ਮੈਂ ਪਾਪੀ, ਮੈਂ ਪਾਪੀ। ਜਦੋਂ ਵੀ ਜਾਂਦਾ ਮਹਾਂਪੁਰਖੋ ਮੈਂ ਤੇ ਪਾਪੀ, ਤੁਹਾਡੇ ਦਰ ਤੇ ਆਇਆ ਪਾਪੀ, ਮੈਂ ਤੇ ਪਾਪੀ। ਇੱਕ ਦਿਨ ਦੂਰੋਂ ਹੀ ਆਵਾਜ਼ ਦੇ ਕੇ ਕਹਿੰਦੇ ਪਾਪੀਆ ਕਿੱਧਰੋਂ ਆਇਆ ਅੱਜ? ਉਹ ਲਾਗੇ ਆ ਕੇ ਕਹਿੰਦਾ
ਮੇਰਾ ਕਿਹੜਾ ਪਾਪ ਵੇਖ ਲਿਆ ਤੁਸੀਂ ਮੈਨੂੰ ਪਾਪੀ ਕਹਿੰਦੇ ਹੋ? ਤੇ ਉਹ ਕਹਿੰਦੇ ਰੋਜ਼ ਤੇ ਤੂੰ ਕਹੀ ਜਾਂਦਾ ਮੈਂ ਪਾਪੀ, ਮੈਂ ਪਾਪੀ, ਮੈਂ ਪਾਪੀ, ਤੇ ਹੁਣ ਜੇ ਅਸੀਂ ਕਹਿ ਦਿੱਤਾ ਤੇ ਫਿਰ ਮਨ ਇਹਦਾ ਮਤਲਬ ਅੰਦਰੋਂ ਨਹੀਂ ਮੰਨਦਾ, ਝੂਠਾ ਹੀ ਕਹਿੰਦਾ ਨਹੀਂ ਜੀ ਅਸੀਂ ਮਾੜੇ ਤੁਸੀਂ ਚੰਗੇ। ਮਹਾਰਾਜ ਜੀ ਕਹਿੰਦੇ ਸੱਚਮੁੱਚ ਮਾੜਾ ਬਣ ਕੇ ਦੇਖ, ਤੇਰਾ ਨਾਨਕ ਯਾਰ ਨਾ ਬਣ ਗਿਆ ਤਾਂ ਕਹੀਂ। ਆਪਣੇ ਆਪ ਨੂੰ ਧੂੜ ਬਣਾ ਕੇ ਵੇਖ, ਜੇ ਨਾਨਕ ਤੇਰਾ ਰਾਖਾ ਨਾ ਬਣ ਗਿਆ ਤਾਂ ਕਹੀਂ ਧੂੜੀ ਵਿੱਚ ਲੋੜੰਦੜੀ ਸੋਹਾਂ। ਨੀਚਾ ਅੰਦਰ ਨੀਚ ਜਾਤ, ਨੀਚੀ ਹੋਵਤ ਨੀਚ, ਨਾਨਕ ਤਿਨਕੇ ਸੰਗ ਸਾਧ ਵੱਡਿਆਂ ਕਿਉਂ ਸਿਉ ਕਿਆ ਰੀਸ। ਗੁਰੂ ਨਾਨਕ ਕਿਹਦਾ ਯਾਰ ਹੈ? ਗਰੀਬਾਂ ਦਾ, ਨਿਮਾਣਿਆਂ ਦਾ, ਨਿਮਰਤਾ ਵਾਲਿਆਂ ਦਾ। ਤੇ ਜਿਹੜੇ ਬਿਲਕੁਲ ਭੋਲੇ ਨੇ, ਚਤੁਰਾਈ ਵਾਲੇ, ਉਹਦਾ ਨਹੀਂ। ਇਸ ਲਈ ਸੱਚੇ ਪਾਤਸ਼ਾਹ ਸਾਨੂੰ ਇਹ ਸਿਖਾਉਂਦੇ ਨੇ, ਸੱਚ ਦਾ ਰੂਪ ਕੇਵਲ ਗੁਰੂ ਗ੍ਰੰਥ ਸਾਹਿਬ ਨਹੀਂ ਹੈ। ਸੱਚੀ ਤੇਰੀ ਕੁਦਰਤ, ਸੱਚੀ ਪਾਤਸ਼ਾਹ, ਸੱਚੇ ਪਾਤਸ਼ਾਹ, ਸੱਚੀ ਤੇਰੀ ਸਿਫਤ, ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਜਦੋਂ ਮਨੁੱਖ ਨੂੰ ਦੁਨੀਆ ਦੇ ਵਿੱਚੋਂ ਇੱਕ ਵੀ ਚੀਜ਼ ਦੇ ਨਾਲ ਨਫ਼ਰਤ ਪੈਦਾ ਹੋਏਗੀ, ਧਿਆਨ ਦੇਣਾ, ਜਿੰਨਾ ਸੰਸਾਰ ਹੈ ਨਾ, ਇਹਦੇ ਵਿੱਚ ਮੈਂ ਪਹਿਲਾਂ ਬੇਨਤੀ ਕੀਤੀ ਚੰਗੇ ਵੀ ਬਹੁਤ ਨੇ, ਮਾੜੇ ਵੀ ਬਹੁਤ ਨੇ। ਸੰਸਾਰ ਦੇ ਕਿਸੇ ਵੀ ਜੀਵ ਨਾਲ, ਨਿਰਜੀਵ ਨਾਲ, ਕਿਸੇ ਵੀ ਵਸਤੂ ਨਾਲ ਜਦੋਂ ਤੱਕ ਨਫ਼ਰਤ ਰਹੇਗੀ, ਪਾਤਸ਼ਾਹ ਜੀ ਕਹਿੰਦੇ ਨੇ ਮੈਂ ਉਹਦੇ ਲਾਗੇ ਬਿਲਕੁਲ ਨਹੀਂ ਆ ਸਕਦਾ। ਜੋ ਮੇਰੀ ਬਣਾਈ ਹੋਈ ਦੁਨੀਆ ਕਾਇਨਾਤ ਨੂੰ ਪਿਆਰ ਨਹੀਂ ਕਰਦਾ, ਜੇ ਕੋਈ ਬੁਰਾ ਹੈ ਤੇ ਉਹਦਾ ਭਲਾ ਕਰ ਦੇ। ਫਰੀਦਾ ਇਹ ਕੌਣ ਕਹਿੰਦਾ ਜੀ? ਇਹ ਕਿਸੇ ਹੋਰ ਗ੍ਰੰਥ 'ਚ ਲਿਖਿਆ। ਮੈਂ ਪਹਿਲਾਂ ਬੇਨਤੀ ਕੀਤੀ ਜਿਹੜੇ ਭਲੇ ਨੇ ਉਹਨਾਂ ਦੇ ਕੋਲ ਤੇ ਸਾਰੇ ਜਾਂਦੇ ਨੇ, ਭਲਿਆਂ ਦੇ ਨਾਲ ਤੇ ਸਾਰੇ ਹੀ ਨਾਤੇ ਰੱਖਦੇ ਨੇ। ਜਿਹੜਾ ਬੁਰਾ ਉਹਦੇ ਨਾਲ ਨਾਤਾ ਨਿਭਾ ਕੇ ਵੇਖ ਨਾ। ਬਾਬਾ ਫਰੀਦ ਜੀ ਕਹਿੰਦੇ ਨੇ ਜੇ ਤੂੰ ਇਵੇਂ ਦਾ ਬਣ ਗਿਆ ਨਾ, ਗੁਰੂ ਨਾਨਕ ਤੁੱਠਾ ਸੱਚਾ ਪਾਤਸ਼ਾਹ, ਜਿਹੜੇ ਤੇਰੇ ਨਾਲ ਚੰਗਾ ਵਰਤਦੇ ਨੇ ਤੂੰ ਉਹਨਾਂ ਨਾਲ ਚੰਗਾ ਵਰਤਦਾ ਹੈ, ਇਹ ਤੇ ਆਮ ਹੀ। ਜੋ ਤੈਨੂੰ ਚੰਗੇ ਬੋਲ ਨਹੀਂ ਬੋਲਦਾ ਉਹਦੇ ਨਾਲ ਵੀ ਚੰਗਾ ਵਰਤ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਛ ਪਾਏ। ਇਸ ਲਈ ਗੁਰਬਾਣੀ ਸਾਨੂੰ ਇਹ ਦੱਸ ਰਹੀ ਹੈ ਸਾਰਾ ਜਗ ਜਿਹੜਾ ਸੱਚੇ ਦਾ ਰੂਪ ਹੈ। ਸਾਰੇ ਜਗ ਦੇ ਵਿੱਚ ਪਾਪੀ ਵੀ ਹੋਣੇ ਨੇ, ਨਿੰਦਕ ਵੀ ਹੋਣੇ ਨੇ, ਦਿਨ ਰਾਤ ਵਾਸ਼ਨਾ ਵਿਕਾਰਾਂ ਦੇ ਸ਼ਿਕਾਰੀ ਵੀ ਹੋਣੇ ਨੇ, ਗਲਾ ਵੱਢਣ ਵਾਲੇ ਵੀ ਦੁਨੀਆ ਵਿੱਚ ਹੋਣੇ ਨੇ। ਗੁਰੂ ਨਾਨਕ ਨੇ ਕਿਹਾ ਉਹਨਾਂ ਨੂੰ ਵੀ ਪਿਆਰ ਕਰਨਾ, ਉਹਨਾਂ ਦੇ ਨਾਲ ਵੀ ਪਿਆਰ ਕਰਨਾ। ਕੌਡਾ ਰਾਖਸ਼ ਜਿਹੜਾ ਉਹ ਜਿਉਂਦਿਆਂ ਨੂੰ ਤਲ ਤਲ ਕੇ ਖਾਂਦਾ ਹੈ, ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ ਇਹਦਾ ਵੀ ਭਲਾ ਕਰਨਾ, ਇਹਦੇ ਨਾਲ ਵੀ ਪਿਆਰ ਕਰਨਾ। ਰੋਜ਼ ਤੁਸੀਂ ਸਰਵਣ ਕਰਦੇ ਹੋ, ਸੱਜਣ ਠੱਗ ਜਿਹੜਾ ਉਹ ਵੀ ਗਲੇ ਵੱਢਦਾ ਹੈ, ਪਰ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨਹੀਂ, ਇਹਦਾ ਵੀ ਭਲਾ ਕਰਨਾ। ਜਿਹਦਾ ਅਸੀਂ ਭਲਾ ਨਾ ਕੀਤਾ ਕੌਣ ਕਰੇਗਾ? ਜੇ ਮੈਂ ਗੁਰੂ ਵਾਲਾ, ਜੇ ਮੈਨੂੰ ਸੱਚ ਦੀ ਪਹਿਚਾਣ ਹੈ, ਜੇ ਮੈਂ ਬਾਣੀ ਦੇ ਨਾਲ ਜੁੜਿਆ ਤੇ ਫਿਰ ਉਹ ਨਹੀਂ ਭਲਾ ਕਰੇਗਾ ਬੁਰੇ ਦਾ, ਤੇ ਹੋਰ ਕੌਣ ਕਰੇਗਾ? ਮਹਾਰਾਜ ਜੀ ਫਰਮਾਨ ਕਰਦੇ ਨੇ ਜਿਹੜੇ ਗੁਰਬਾਣੀ ਪੜ੍ਹਦੇ ਹਨ, ਜਿਹੜੇ ਸਤ ਨਾਲ ਜੁੜੇ ਹਨ, ਜਿਹੜੇ ਕਮਾਈ ਵਾਲੇ ਹਨ, ਜਿਹੜੇ ਰੱਬ ਤੇ ਭਰੋਸਾ ਰੱਖਦੇ ਹਨ, ਫਿਰ ਉਹ ਨਹੀਂ ਬੁਰੇ ਦਾ ਭਲਾ ਕਰਨਗੇ, ਤੇ ਫਿਰ ਉਹ ਕਰਨਗੇ ਜਿਹੜੇ ਹੈ ਹੀ ਬੁਰੇ। ਬੁਰਾ ਤੇ ਬੁਰੇ ਦਾ ਬੁਰਾ ਕਰਦਾ ਹੀ ਹੈ। ਜੋ ਭਲੇ ਨੇ, ਜੋ ਜਾਣਕਾਰ ਹਨ, ਜੋ ਗੁਰੂ ਨੂੰ ਜਾਣਦੇ ਹਨ, ਗੁਰੂ ਦੇ ਨਾਲ ਜੁੜੇ ਹਨ, ਗੁਰੂ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਭਲੇ ਦੇ ਲਈ, ਕਿਉਂਕਿ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਹਰ ਸਿੱਖ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਸ਼ਬਦ ਬਾਣੀ ਦਾ ਪ੍ਰਚਾਰਕ ਹੋਣਾ ਚਾਹੀਦਾ। ਜ਼ਰੂਰੀ ਨਹੀਂ ਵੀ ਕੋਈ ਥੜੇ ਤੇ ਬਹਿ ਕੇ, ਸਟੇਜ ਤੇ ਬਹਿ ਕੇ ਹੀ ਗੁਰਬਾਣੀ ਦਾ ਪ੍ਰਚਾਰ ਕਰ ਸਕਦਾ।
ਇਹ ਨਹੀਂ। ਕੋਈ ਕੇਵਲ ਵਕਤੇ ਦੇ ਰੂਪ ਦੇ ਵਿੱਚ ਹੀ ਪ੍ਰਚਾਰ ਪ੍ਰਸਾਰ ਕਰ ਸਕਦਾ ਹੈ। ਬੜੇ ਸਾਧਨ ਨੇ ਅੱਜ ਕੱਲ੍ਹ, ਇੰਟਰਨੈਟ ਦਾ ਯੁੱਗ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ। ਜੇ ਤੁਸੀਂ ਧਰਮ ਦਾ ਪ੍ਰਚਾਰ ਕਰਨਾ ਚਾਹੋ, ਹਰ ਬੰਦਾ ਪ੍ਰਚਾਰਕ ਹੈ ਅੱਜ ਦੇ ਸਮੇਂ ਦੇ ਵਿੱਚ। ਕਿਸੇ ਵੀ ਚੰਗੀ ਚੀਜ਼ ਨੂੰ ਉਹ ਮੈਸੇਜ ਰਾਹੀਂ ਸ਼ੇਅਰ ਕਰਦਾ ਹੈ, ਉਹ ਪ੍ਰਚਾਰ ਕਰ ਰਿਹਾ। ਕਿਸੇ ਵੀ ਚੰਗੇ ਲਫ਼ਜ਼ ਨੂੰ ਦੂਜੇ ਤੱਕ ਪਹੁੰਚਾਉਂਦਾ ਹੈ, ਉਹ ਪ੍ਰਚਾਰਕ ਹੈ। ਸਾਨੂੰ ਉਹ ਲੱਗਦਾ ਵੀ ਜਿਹੜੇ ਕਥਾ ਕੀਰਤਨ ਸੁਣਾਉਂਦੇ ਨੇ ਉਹੀ ਪ੍ਰਚਾਰਕ ਨੇ। ਨਹੀਂ, ਇਹ ਬੜਾ ਵੱਡਾ ਭੁਲੇਖਾ ਹੈ। ਜਿਨ੍ਹਾਂ ਨੇ ਕਥਾ ਕੀਰਤਨ ਸਿੱਖਿਆ ਸ਼ਾਇਦ ਉਹੀ ਸਾਡੇ ਪ੍ਰਚਾਰਕ। ਨਹੀਂ, ਦੁਨੀਆ ਦਾ ਹਰ ਬੰਦਾ ਪ੍ਰਚਾਰਕ ਹੈ ਆਪਣੇ ਆਪਣੇ ਫੀਲਡ ਵਿੱਚ। ਕੋਈ ਵੀ ਚੰਗੀ ਚੀਜ਼ ਨੂੰ ਜਦੋਂ ਕੋਈ ਸ਼ੇਅਰ ਕਰਦਾ, ਮਤਲਬ ਵੰਡਦਾ, ਮਤਲਬ ਦੂਜੇ ਤੱਕ ਸੁਨੇਹਾ ਭੇਜਦਾ, ਤੇ ਉਸਨੇ ਵੀ ਤੇ ਪ੍ਰਚਾਰ ਕਰ ਦਿੱਤਾ। ਜਿਵੇਂ ਨਿੰਦਿਆ ਰਾਹੀਂ ਕੋਈ ਝੂਠ ਦਾ ਪ੍ਰਚਾਰ ਕਰਦਾ, ਕਹਿੰਦੇ ਨਹੀਂ ਵੀ ਤੂੰ ਤੇ ਪ੍ਰਚਾਰ ਕਰਕੇ ਰੱਖ ਦਿੱਤਾ ਉਹਦੀ ਨਿੰਦਿਆ ਕਰਕੇ। ਜੇ ਮਾੜੀ ਗੱਲ ਝੂਠ ਦਾ ਨਿੰਦਿਆ ਰਾਹੀਂ ਪ੍ਰਚਾਰ ਕੀਤਾ ਜਾ ਸਕਦਾ, ਜਿਹਨੂੰ ਵੀ ਅਸੀਂ ਪ੍ਰਚਾਰ ਮੰਨਦੇ ਹਾਂ, ਫਿਰ ਕਿਸੇ ਦੀ ਸਿਫਤ ਦੂਜੇ ਕੋਲ ਸਿਫਤ ਕਰਨੀ ਇਹ ਵੀ ਪ੍ਰਚਾਰ ਹੈ। ਕਿਸੇ ਬੰਦੇ ਦੀ ਦੂਸਰੇ ਬੰਦੇ ਕੋਲ ਸਿਫਤ ਕਰਨੀ ਹੈ ਪ੍ਰਚਾਰ ਹੈ। ਸੋਸ਼ਲ ਮੀਡੀਆ ਰਾਹੀਂ ਕੋਈ ਚੰਗਾ ਮੈਸੇਜ ਅੱਗੇ ਸੈਂਡ ਕਰ ਦੇਣਾ, ਇਹ ਵੀ ਇੱਕ ਪ੍ਰਚਾਰ ਦੇ ਵਿੱਚ ਹਿੱਸਾ ਹੈ। ਉਹ ਵੀ ਬੰਦਾ ਪ੍ਰਚਾਰਕ ਬਣ ਗਿਆ। ਇੱਕ ਬੰਦਾ ਕੋਈ ਕੀਰਤਨ, ਕੋਈ ਕਥਾ ਨੂੰ, ਸਪੋਜ਼ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਮੰਜੀ ਸਾਹਿਬ ਤੋਂ ਕਥਾ ਚੱਲਦੀ ਹੈ, ਉੱਥੇ ਬੈਠਾ ਕਥਾ ਕਰ ਰਿਹਾ, ਉਹ ਤੇ ਪ੍ਰਚਾਰਕ ਹੈ ਹੀ। ਉਹਦੀ ਕਥਾ ਕਰੋੜ ਬੰਦਾ ਸੁਣਦਾ। ਜਿਹੜਾ ਸੁਣ ਰਿਹਾ ਹੈ, ਮੈਂ ਪਹਿਲਾਂ ਬੇਨਤੀ, ਅੱਜ ਮੀਡੀਆ ਦਾ ਯੁੱਗ, ਸੋਸ਼ਲ ਮੀਡੀਆ ਦਾ, ਇੰਟਰਨੈਟ ਦਾ, ਜੇ ਉਹ 10, 20, 100 ਨੂੰ ਸ਼ੇਅਰ ਕਰ ਦਿੰਦਾ, ਦਰਬਾਰ ਸਾਹਿਬ ਤੋਂ ਕਥਾ ਹੋ ਰਹੀ ਹੈ, ਉਹਦੇ ਸ਼ੇਅਰ ਕਰਨ ਦੇ ਨਾਲ ਲੱਖਾਂ ਤੱਕ ਉਹ ਕਥਾ ਕੀਰਤਨ ਇੱਕਦਮ ਸਾਡੇ ਮੂਹਰੇ ਆਉਂਦਾ। ਜਦੋਂ ਕੋਈ ਸ਼ੇਅਰ ਕਰਦਾ ਹੈ ਨਾ, ਜਦੋਂ ਅਸੀਂ ਫੇਸਬੁੱਕ ਖੋਲ੍ਹਦੇ ਹਾਂ, ਸਾਡੇ ਅੱਗੇ ਉਹ ਚੰਗੀ ਮਾੜੀ ਚੀਜ਼ ਸਾਡੇ ਅੱਗੇ ਆਉਂਦੀ ਹੈ। ਤੇ ਜੇ ਕੋਈ ਗੁਰਬਾਣੀ ਨੂੰ ਸ਼ੇਅਰ ਕਰਦਾ, ਕਥਾ ਜਾਂ ਕੀਰਤਨ ਨੂੰ ਸ਼ੇਅਰ ਕਰਦਾ, ਉਹਦਾ ਵੀ ਪ੍ਰਚਾਰ 'ਚ ਪੂਰਾ ਹਿੱਸਾ ਹੈ। ਕਈ ਵਾਰ ਕਿਸੇ ਨੇ ਬੜੀ ਪਿਆਰੀ ਚੀਜ਼ ਨਾ ਸ਼ੇਅਰ ਕੀਤੀ ਹੁੰਦੀ ਹੈ, ਅਸੀਂ ਉਸ ਨੂੰ ਲਿਖ ਲਈਦਾ, ਮੈਂ ਲਿਖ ਲੈਣਾ ਜਾਂ ਨੋਟ ਕਰ ਲੈਣਾ, ਉਹ ਸੰਗਤ ਵਿੱਚ ਸੁਣਾ ਦੇਣਾ, ਤੇ ਜਿਹਨੇ ਸ਼ੇਅਰ ਕੀਤੀ ਹੋਏਗੀ ਮੈਂ ਉਹਦੀ ਪੜ੍ਹੀ, ਤੇ ਮੈਂ ਉਹਨੂੰ ਕੋਈ ਉਹਦਾ ਫਾਇਦਾ ਨਹੀਂ ਮਿਲਣਾ। ਕਿਉਂ ਨਹੀਂ ਮਿਲਣਾ? ਜ਼ਰੂਰ ਮਿਲੇਗਾ। ਜੰਝ ਕਹਿ ਲਈਏ, ਪਹਿਲਾਂ ਯੁੱਗ ਸੀ ਕਿਤਾਬਾਂ ਦਾ, ਹੁਣ ਵੀ ਹੈ, ਪਰ ਹੁਣ ਜ਼ਿਆਦਾ ਮੋਬਾਈਲ ਦਾ, ਸਭ ਕੁਝ ਮਿਲ ਜਾਂਦਾ, ਇਤਿਹਾਸ ਵੀ। ਅੱਗੇ ਅਸੀਂ ਇੱਕ ਦੂਜੇ ਨੂੰ ਕਹਿੰਦੇ ਸੀ ਕਿਤਾਬਾਂ ਦਿਓ, ਇਹ ਪੁੰਨ ਦਾ ਕੰਮ ਹੈ, ਪ੍ਰਚਾਰ ਦਾ ਕੰਮ ਹੈ, ਕੱਲੇ ਕੱਲੇ ਤੱਕ ਕਿਤਾਬ ਰਾਹੀਂ ਗਿਆਨ ਨੂੰ ਪਹੁੰਚਾਓ। ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ, ਇੱਕ ਉਂਗਲ ਅਸੀਂ ਟੱਚ ਕਰਦੇ ਹਾਂ ਤੇ ਕਈ ਵਰਕਿਆਂ ਦਾ, ਪੰਨਿਆਂ ਦਾ ਜਿਹੜਾ ਇਤਿਹਾਸ ਹੈ ਦੂਜੇ ਤੱਕ ਪਹੁੰਚ ਜਾਂਦਾ। ਤੇ ਇਹ ਵੀ ਤੇ ਪ੍ਰਚਾਰ ਹੀ ਹੋਇਆ। ਜਿੱਦਾਂ ਕਿਸੇ ਨੂੰ ਕੰਪਿਊਟਰ ਦਾ ਬਹੁਤ ਜ਼ਿਆਦਾ ਗਿਆਨ ਹੈ, ਇੰਟਰਨੈਟ ਦਾ ਬਹੁਤ ਜ਼ਿਆਦਾ ਗਿਆਨ ਹੈ, ਉਹਦੇ ਵਿੱਚੋਂ ਬਹੁਤ ਅੱਛੀਆਂ ਚੀਜ਼ਾਂ ਜਿਹੜੀਆਂ ਨੇ, ਜਿਹੜੇ ਸੰਪਾਦਕ ਲੋਕ ਨੇ, ਬੜੀਆਂ ਅੱਛੀਆਂ ਚੀਜ਼ਾਂ ਵਿੱਚ ਸ਼ੇਅਰ ਕਰਦੇ ਨੇ। ਉਹ ਧਰਮ ਵਿਰਸੇ ਦੇ ਨਾਲ ਸੰਬੰਧਿਤ ਚੀਜ਼ਾਂ ਜਿਹੜੀਆਂ ਸ਼ੇਅਰ ਕਰਦੇ ਨੇ। ਕੋਈ ਸਟੇਜ ਤੇ ਬਹਿ ਕੇ ਪ੍ਰਚਾਰ ਨਹੀਂ ਕਰ ਸਕਦਾ, ਪਰ ਉਹਨੂੰ ਕੰਪਿਊਟਰ ਚਲਾਉਣਾ ਆਉਂਦਾ ਹੈ। ਉਹ ਆਪਣੇ ਕੰਪਿਊਟਰ ਤੋਂ ਧਾਰਮਿਕ ਲਿਟਰੇਚਰ ਕੱਢ ਕੇ, ਸਿੱਖ ਇਤਿਹਾਸ ਕੱਢ ਕੇ, ਉਹਨੂੰ WhatsApp ਦੇ ਵਿੱਚ, ਉਹਨੂੰ Facebook ਦੇ ਵਿੱਚ, YouTube ਦੇ ਵਿੱਚ ਬਣਾ ਕੇ ਸੈਂਡ ਕਰ ਦਿਓ, ਆਪ ਹੀ ਪ੍ਰਚਾਰਕ ਬਣ ਗਿਆ। ਇਸ ਕਰਕੇ ਦੁਨੀਆ ਦਾ ਹਰ ਬੰਦਾ ਅੱਜ ਪ੍ਰਚਾਰਕ ਹੈ, ਪ੍ਰਚਾਰਕ ਬਣ ਸਕਦਾ, ਪਰ ਪ੍ਰਚਾਰਕ ਦੀ ਜਿਹੜੀ ਸੋਚ ਹੈ ਉਹ ਬੜੀ ਪੋਜ਼ਿਟਿਵ ਹੋਣੀ ਚਾਹੀਦੀ ਹੈ। ਗਲਤ ਇਸਤੇਮਾਲ ਨਾ ਹੋ ਜਾਏ ਕਿਸੇ ਲਫ਼ਜ਼ ਦਾ, ਕਿਸੇ ਧਰਮ ਪ੍ਰਤੀ, ਕਿਸੇ ਇਨਸਾਨ ਪ੍ਰਤੀ, ਇਹ ਸੋਚ ਸਮਝ ਕੇ। ਸੋ ਇਸ ਲਈ ਵਿਚਾਰ ਆਰੰਭ ਹੋਈ ਸੀ, ਸੱਚ ਸਰੂਪ ਜਿਹੜਾ ਹੈ, ਜਿੱਥੇ ਧਾਰਮਿਕ ਸਥਾਨ ਸਾਡੇ ਗੁਰੂ ਸਾਹਿਬ, ਗੁਰੂ ਗ੍ਰੰਥ ਸਾਹਿਬ, ਉੱਥੇ ਸਾਰਾ ਜੱਗ ਸੱਚੇ ਦੀ ਕੋਠੜੀ ਹੈ, ਸੱਚੇ ਦਾ ਰੂਪ ਹੈ। ਜਦੋਂ ਤੱਕ ਅਸੀਂ ਜੱਗ ਨੂੰ ਰੂਪ ਨਹੀਂ ਮੰਨਦੇ, ਉਦੋਂ ਤੱਕ ਗ੍ਰੰਥ ਦੇ ਵਿੱਚੋਂ ਵੀ ਉਸਨੇ ਪ੍ਰਗਟ ਨਹੀਂ ਹੋਣਾ, ਸ਼ਬਦ ਦੇ ਵਿੱਚੋਂ ਵੀ ਪ੍ਰਗਟ ਨਹੀਂ ਹੋਣਾ, ਸਾਡੀ ਅੰਤਰ ਆਤਮਾ ਵਿੱਚੋਂ ਵੀ ਪ੍ਰਗਟ ਨਹੀਂ ਹੋਣਾ।
क्योंकि जो ब्रह्मंडे सोई पिंडे जो खोजे सो पावे। देखो दया ते पुन कित्थे पैदा होंदा साडे अंदर ते कीती किते जांदी है सामने वाले ते। दया पुन की भावना कित्थे पैदा होंदी है जी, साडे सज्जे खब्बे थोड़ा पैदा होंदी है। दया पुन की भावना साडे अंदर पैदा होंदी है। पुन जां दया कीती किते जांदी है दूजे ते सामने वाले ते। इहदा मतलब कर्म जिहड़ा है बाणी विच क्लीयर कर दिता भी विच दुनिया सेवक कमाई है। मेरे अंदर जिहड़ा पुन है, मेरे अंदर जिहड़ी दया, मेरे अंदर जिहड़ा सच है, जां होर सिंपल कर दियां, मेरे घर की लमारी विच मेरे को 10 लाख रुपया पिया, वो मिट्टी है। जदों तक उन्होंने खर्चा ना जाए, जदों तक कोई लाख रुपया बैंक चों कढ़ा के 10 साल उन्होंने अपनी लमारी च पिया रहन दो, पता नहीं करंसी चेंज हो जानी, उद तक नोट ही बदली हो जाने। वो नोट ही बंद सरकार ने कर देने, चलणगे वो नोट। हो गए सी ना पिछे बंद, जे किसी ने कोई 2-2 4-4 साल के किते अपने तिजोरी में सामभ के रखे, होगी ना स्वाह। ऐदा है जे अपने पैसे का कोई इस्तेमाल ना करे, उस पैसे ने किवें पुन कर्म बनना, किवें उसने फायदा देना, किवें उसने वादा करना, किवें उसने पूंजी रास बनना, नहीं बन सकती। उन्होंने इस्तेमाल कर ले क्या, माया रखन नहीं क्या। ध्यान देना, धन रखन नहीं क्या महाराज जी ने। महाराज जी कहते ला दे। हुण ये सुन के कोई ना कहो भी हुण शराब ही पी ली दी, हुण खा खा के मर जाए कोई, किवें करना। भुखी भी दुनिया मरदी है ते खा खा के भी मरदी है। अंकड़े देख लेना, मैं कोई भी गल एवें नहीं बोलता हुंदा। हॉस्पिटलों च पुछ लेना जां होर अंकड़े देख लेना भी भुख नाल किन्ने मर रहे ने ते ज़्यादा खा के किन्ने मारे। भुख नाल भावें घट मर रहे होण, खा के दुनिया ज़्यादा मर रही है। शरीर साडे खराब क्यों हो रहे हैं? गुस्ताखी माफ मीनू है नहीं साडा, ना मेरा ना होर किसी का। गुस्ताखी जिहदा है उन्होंने सलाम जी, सलूट, नमस्कार। साडा कोई मीनू नहीं है खाण दा। जदों जिहड़ी चीज़ आई चल अंदर, जिहड़ी चीज़ आई चल, कोई उहदा वेट नहीं, कोई उहदी गल नहीं, कोई बात नहीं, जिन्ना देखिया चल अंदर। जिहड़ा इस तरह करदा, फिर महाराज जी कहते अपने फिर एक कंचन सी काया नूं आप ही गवारे। सो विचार बड़ा प्यारा चल रहा। सच केवल गुरु ग्रंथ साहब नहीं, ये संसार भी सच का रूप है। ये जग सच्चे की है कोटड़ी। इस करके मेरे अंदर मैं कहना जी पुण्य है, मैं बड़ा पुन्नी हाँ, मैं बड़ा दयालु हाँ, मैं बड़ा प्रचारक हाँ, मैं बड़ा जी रब दियां गल्लां करदा जी, मैं बड़ा नितनेमी हाँ, मैं बड़ा रूटीन दे विच मैं सतसंगी हाँ, मैं जी रोज़ गुरुद्वारे जाना जी, मैं सच्चे पातशाह दा प्रकाश करदा जी। ध्यान देना, जे मेरे कीते हुए प्रकाश दे नाल, जे मेरी पढ़ी हुई बाणी दे नाल, जे मेरे बरताव दे नाल, मेरे मिल मिलाप दे नाल दूसरे नूं ठंड ही ना पए, तो फिर की सब कुछ करने का फायदा? जिंज मैं पहला भी बेनती की, मेरे अंदर दया, मैं कहना मेरे अंदर दया बहुत है, मैं बहुत पुण्य करदा, मैं बहुत भला करदा, गल्लां दे नाल नहीं। जे मैं किसी दे उपर दया कर नहीं रहा, नफरत तो बगैर होर कुछ मेरे कोल नहीं, ते मैं कोई 1 रुपया खर्चन लगा भी मर जाना, हाय मेरे पैसे घट जाने ने, फिर मैं कादा पुन्नी, कादा मैं दानी हाँ, कादा मैं दयालु हाँ। दयालु पुन्नी दानी ये परवाह नहीं करते। कादी? कल्ले पैसे दी? कल्ले पैसे दी नहीं, वो पता की कहते ने? हाँ, दीन दयाल भरोसे तेरे, कला पैसा ना ना। सब परिवार चढ़ाया वेले जो कुछ मैं ना ही प्रभ सब किछ तेरा। वो कहते कला पैसा नहीं, पैसा मैं दे के कला कमाई नहीं कर सकता। बड़े बड़े राजे जिहड़े महाराजे वो तो धर्म के खेत्र में बड़े पुण्य भी करते सन ते पाप भी बड़े करते सन। इसदा मतलब उहदा उधार हो जाता।
ਕੱਲਾ ਮਾਇਆ ਨੂੰ ਵੰਡ ਕੇ ਕੋਈ ਦਿਆਲੂ ਪੁੰਨੀ ਜਾਂ ਧਰਮੀ ਨਹੀਂ ਬਣਦਾ। ਵਿਚਾਰਾਂ ਦਾ ਆਦਾਨ ਪ੍ਰਦਾਨ ਵੀ ਹੁੰਦਾ ਹੈ। ਸੱਚੇ ਉੱਚੇ ਜੀਵਨ ਦੀ ਵੀ ਜਿਹੜੀ ਹੈ ਨਾ, ਉਹਦੀ ਵੀ ਗੱਲ ਬਣਦੀ ਹੈ। ਕੱਲੇ ਪੈਸੇ ਦੇ ਕੇ ਕੋਈ ਵੱਡਾ ਨਹੀਂ ਬਣ ਜਾਂਦਾ, ਪੈਸੇ ਦੇ ਕੇ ਕੋਈ ਰੱਬ ਦਾ ਪਿਆਰਾ ਨਹੀਂ ਬਣ ਜਾਂਦਾ। ਫਿਰ ਇੱਦਾਂ ਤੇ ਜਿੰਨੇ ਭਗਤ ਸਨ ਉਹਨਾਂ ਕੋਲ 2 ਵਕਤ ਦੀ ਖਾਣ ਦੀ, ਕਬੀਰ ਵਰਗਿਆਂ ਕੋਲ ਰੋਟੀ ਨਹੀਂ ਸੀ, ਉਹਦੇ ਪਿਆਰੇ ਕਿੱਦਾਂ ਬਣ ਗਏ। ਭਾਈ ਲਾਲੋ ਕੋਲ ਤੇ ਸੁੱਕੀ ਮਸਾਂ ਕੋਧਰੇ ਦੀ ਰੋਟੀ ਬਾਬੇ ਨਾਨਕ ਵਾਸਤੇ ਨਿਕਲਦੀ ਹੈ, ਤੇ ਮਲਕ ਭਾਗੋ ਕੋ ਤੇ ਸਭ ਕੁਛ। ਇਹਦਾ ਮਤਲਬ ਗੁਰੂ ਮਾਇਆ ਦੇ ਨਾਲ ਇਕੱਲਾ ਖੁਸ਼ ਨਹੀਂ ਹੁੰਦਾ, ਸਾਡੀ ਭਾਵਨਾ ਦੇਖਦਾ। ਇਹ ਨਹੀਂ ਵੀ ਅਸੀਂ ਉਹਨੂੰ ਮਾਇਆ ਚੜਾਈ ਤੇ ਉਹਨੇ ਖੁਸ਼ ਨਹੀਂ ਹੋਣਾ, ਪਰ ਸਾਡੀ ਭਾਵਨਾ ਮਾਇਆ ਵਿੱਚ ਸਮਰਪਿਤ ਵਾਲੀ ਹੋਵੇ, ਸਮਰਪਣ ਵਾਲੀ ਹੋਵੇ ਵੀ ਮੈਂ ਨਾ ਹੀ ਪ੍ਰਭ ਸਭ ਕੀ ਤੇਰਾ, ਵੀ ਜਿਸ ਕੀ ਵਸਤ ਤਿਸ ਆਗੇ ਰੱਖੇ ਪ੍ਰਭ ਕੀ ਆਗਿਆ ਮਾਨੇ ਮਾਥੇ। ਇਹ ਨਹੀਂ ਵੀ ਕੋਈ ਵੱਡਾ ਬੰਦਾ ਵੱਡੀ ਚੀਜ਼ ਕਿਧਰੇ ਦੇ ਕੇ ਤੇ ਸਾਰੇ ਪਾਸੇ ਰੌਲਾ ਪਾਉਂਦਾ ਫਿਰੇ, ਤੈਨੂੰ ਪਤਾ ਮੈਂ ਆਹ ਕੀਤਾ, ਤੈਨੂੰ ਪਤਾ ਮੈਂ ਆਹ ਕੀਤਾ, ਤੈਨੂੰ ਪਤਾ ਮੈਂ ਤੇ ਉੱਥੇ ਆਹ ਕੀਤਾ, ਸਾਰਿਆਂ ਨੂੰ ਦੱਸ ਦਵੇ। ਤੇ ਫਿਰ ਉਹ ਕੀ ਹੈ? ਉਹ ਸੇਵਾ ਨਹੀਂ, ਉਹ ਹੰਕਾਰ ਹੈ। ਉਹ ਤੇ ਉਹਨੇ ਹੰਕਾਰ ਦੀ ਕਮਾਈ ਕਰ ਲਈ, ਸੇਵਾ ਤੇ ਰਹਿ ਗਈ ਕਿਧਰ। ਉਹ ਅਹੰਕਾਰ ਦੀਆਂ ਚੀਜ਼ਾਂ ਨੂੰ ਮਹਾਰਾਜ ਜੀ ਨੇ ਕਹਿੰਦੇ ਚੱਕ ਕੇ ਲੈ ਜਾਓ ਇਸ ਨੂੰ। ਹਰ ਜਿਉ ਅਹੰਕਾਰ ਨਾ ਭਾਵੀ। ਜਿਹੜਾ ਵੀ ਗੁਰੂ ਨਾਨਕ ਦੇ ਚਰਨਾਂ ਤੇ ਆਇਆ ਨਾ, ਭਾਵੇਂ ਜਿੰਨੀਆਂ ਇੱਥੇ ਦੇ ਵੱਡੇ ਵੱਡੇ ਬਾਦਸ਼ਾਹ ਜੀ ਨਾ, ਮੁਗਲ ਬਾਦਸ਼ਾਹ ਜੀ ਕਹਿੰਦੇ, ਮੁਗਲ ਬਾਦਸ਼ਾਹ ਕਹਿੰਦੇ ਲੰਗਰ ਦੇ ਨਾਂ ਤੇ ਜਗੀਰਾਂ ਲਗਾ ਦਈਏ। ਮਹਾਰਾਜ ਜੀ ਕਹਿੰਦੇ ਬਿਲਕੁਲ ਨਹੀਂ, ਆਹ ਕੁਝ ਦੇ ਦਈਏ ਤੁਹਾਨੂੰ। ਅਕਬਰ ਵਰਗੇ ਕਹਿੰਦੇ, ਮਹਾਰਾਜ ਕਹਿੰਦੇ ਬੜਾ ਕੁਛ ਹੈ, ਇਸ ਲਈ ਸੰਗਤ ਹੈ ਨਾ, ਇਹਦਾ ਤਿਲ ਤਿਲ ਇੱਕ ਇੱਕ ਪੈਸਾ ਟਕਾ ਬਸ ਇਹਦੇ ਨਾਲ ਹੀ ਬਰਕਤ ਹੈ। ਗੁਰੂ ਸਾਡੇ ਪ੍ਰੇਮ ਦਾ ਭੁੱਖਾ ਨਾ ਕਿ ਸਾਡੇ ਪਦਾਰਥ ਤੇ ਉਹਦੇ ਹੀ ਦਿੱਤੇ ਹੋਏ ਨੇ। ਇਸ ਕਰਕੇ ਮੈਂ ਪੁੰਨੀ ਦਾਨੀ ਤਾਂ ਹਾਂ ਜੇ ਮੈਂ ਇਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਕਰ ਰਹੀ ਹਾਂ। ਮੈਂ ਪੁੰਨ ਕਮਾ ਰਹੀ ਹਾਂ, ਮੈਂ ਕਿਸੇ ਦਾ ਭਲਾ ਕਰ ਰਹੀ ਹਾਂ, ਮੈਂ ਕਿਸੇ ਦੀ ਹੈਲਪ ਕਰ ਰਿਹਾ। ਤੁਸੀਂ ਮੈਨੂੰ ਸੁਣ ਰਹੇ ਹੋ, ਮੈਂ ਤੁਹਾਨੂੰ ਕਹਿ ਰਿਹਾ ਮੈਂ ਪੁੰਨ ਕਰਦਾ ਜੀ। ਤੁਸੀਂ ਮੈਨੂੰ ਪੁੱਛ ਸਕਦੇ ਹੋ ਜਿੱਥੇ ਮਰਜ਼ੀ ਗਲੀ 'ਚ ਖੜਾ ਕਰਕੇ ਵੀ ਤੂੰ ਬਾਬਾ ਭਾਈ ਪ੍ਰਚਾਰ ਕੀਤਾ ਪੁੰਨ ਦਾ, ਤੂੰ ਦੱਸ ਕਿੱਥੇ ਪੁੰਨ ਕੀਤਾ। ਤੁਹਾਨੂੰ ਹੱਕ ਹੈ ਤੇ ਮੇਰਾ ਦੱਸਣਾ ਤੁਹਾਨੂੰ ਫਰਜ਼ ਹੈ ਵੀ ਮੈਂ ਕਰਦਾ ਜਾਂ ਨਹੀਂ। ਮੈਂ ਤੁਹਾਨੂੰ ਕਹਿੰਦਾ ਵੀ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਤੁਹਾਡਾ ਹੱਕ ਹੈ ਮੈਨੂੰ ਪੁੱਛਣ ਦਾ ਵੀ ਤੁਸੀਂ ਕਿੰਨਾ ਟਾਈਮ ਕਿੱਥੇ ਕਿੱਦਾਂ ਕਰਦੇ ਹੋ। ਮੈਂ ਕਹਿੰਦਾ ਆਹ ਚੀਜ਼ ਨਾ ਕਰਿਆ ਕਰੋ, ਤੁਹਾਨੂੰ ਹੱਕ ਹੈ ਵੀ ਤੁਸੀਂ ਤਾਂ ਨਹੀਂ ਕਰ ਰਹੇ। ਮੈਂ ਤੁਹਾਨੂੰ ਕਹਿ ਰਿਹਾ ਚੀਜ਼ ਨਾ ਖਾਇਆ ਕਰੋ, ਤੁਹਾਨੂੰ ਪ੍ਰਚਾਰਕ ਨੂੰ ਪੁੱਛਣ ਦਾ ਹੱਕ ਹੈ। ਪਰ ਜੇ ਤੁਹਾਨੂੰ ਪ੍ਰਚਾਰਕ ਨੂੰ ਪੁੱਛਣ ਦਾ ਹੱਕ ਹੈ, ਜੇ ਕੋਈ ਪੁੱਛਣਾ ਚਾਹੁੰਦਾ ਹੈ ਉਹਨੂੰ ਕਰਨਾ ਪਏਗਾ। ਇਹ ਨਹੀਂ ਵੀ ਇਕੱਲਾ ਪੁੱਛਣ ਦਾ ਹੀ ਹੱਕ ਹੈ, ਫਿਰ ਮੰਨਣ ਦਾ ਵੀ ਹੱਕ ਹੈ। ਜੇ ਅਸੀਂ ਸਵਾਲ ਕਰਾਂਗੇ ਨਾ, ਅੱਗੇ 4 ਸਵਾਲ ਲੋਕ ਕਰੇਗਾ, ਫਿਰ ਸੁਣਨਾ ਪਏਗਾ। ਇਹ ਨਹੀਂ ਵੀ ਮੈਂ ਆਪਣੀ ਗੱਲ ਅਗਲੇ ਕੋਲੋਂ ਪੁੱਛ ਲਈ ਤੇ ਫਿਰ ਅਗਲਾ ਵੀ ਭਾਈ ਗੱਲ ਰੱਖਣ ਲਈ ਤਿਆਰ ਹੈ ਵੀ ਸੱਜਣਾ ਹੁਣ ਤੂੰ ਦੱਸ, ਮੈਂ ਤਾਂ ਸੈਟਿਸਫਾਈ ਕਰ ਦਿੱਤਾ। ਇਸ ਕਰਕੇ ਮੈਂ ਵਿਚਾਰ ਕਰ ਰਿਹਾ, ਮੈਂ ਪੁੰਨੀ ਹਾਂ, ਮੈਂ ਦਾਨੀ ਹਾਂ, ਮੈਂ ਸੱਚ ਦਾ ਪ੍ਰੇਮੀ ਹਾਂ, ਮੈਂ ਨਿਤਨੇਮੀ ਹਾਂ, ਨਿਤ ਕਰਮ ਕਰਨ ਵਾਲਾ। ਪਰ ਜੇ ਪ੍ਰੈਕਟੀਕਲ ਰੂਪ ਦੇ ਵਿੱਚ ਕਮਾਈ ਨਹੀਂ ਹੈ, ਜੇ ਪ੍ਰੈਕਟੀਕਲ ਰੂਪ ਦੇ ਵਿੱਚ ਜੀਵਨ ਨਹੀਂ ਹੈ, ਐਵੇਂ ਹੀ ਓਛਾਪਣ ਹੈ। ਮੈਂ ਨਹੀਂ ਕਹਿੰਦਾ ਓਛਾ ਜਨਮ ਹਮਾਰਾ, ਇਹ ਭਗਤ ਰਵਿਦਾਸ ਜੀ ਕਹਿੰਦੇ ਨੇ। ਸੋ ਇਸ ਲਈ ਆਓ ਸ਼ਬਦ ਦੀ ਵਿਚਾਰ ਵੀ ਆਰੰਭ ਕਰੀਏ। ਬੜੀ ਪਿਆਰੀ ਸ਼ਬਦ ਦੀ ਅੱਜ ਦੀ ਵਿਚਾਰ ਹੈ। ਸੋ ਜੋ ਅਸ਼ਟਪਦੀ ਹੈ ਸੋ ਅਸੀਂ ਆਰੰਭ ਕੀਤੀ ਹੈ। ਸੋ ਗੁਰੂ ਮਹਾਰਾਜ ਜੀ ਮਿਹਰ ਕਰਨ। ਸੋ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਪੰਕਤੀਆਂ 8ਵਾਂ ਪਦਾ 280 ਔਰ 81 ਅੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਦੀ ਪੰਕਤੀਆਂ ਆਪ ਜੀ ਨੇ ਸਰਵਣ ਕਰ ਲਈਆਂ ਨੇ। ਸਭ ਘਟ ਤਿਸ ਕੇ, ਸਭ ਘਟ ਤਿਸ ਕੈ ਉਹ ਕਰਨੇ ਹਾਰ, ਸਭ ਘਟ ਤਿਸ ਕੈ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਸਾਰੇ ਜੀ ਜੰਤ ਉਸ ਪ੍ਰਭੂ ਦੇ ਹਨ ਤੇ ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ, ਜਲ ਥਲ ਮਈਲ ਭਰਪੁਰ ਲੀਨਾ, ਆਪੇ ਸਰਬ ਸਮਾਣਾ। ਸਭ ਘਟ ਤਿਸ ਕੇ ਉਹ ਕਰਨੇ ਹਾਰ,
ਜਿਵੇਂ ਮੈਂ ਸ਼ੁਰੂ 'ਚ ਬੇਨਤੀ ਪਹਿਲਾਂ ਕਰ ਹੀ ਦਿੱਤੀ ਜੀ, ਸ਼ਬਦੀ ਵਿਚਾਰ ਤੇ ਬਾਅਦ ਵਿੱਚ ਆਈ ਹੈ ਵੀ ਕੇਵਲ ਸੱਚ ਸਰੂਪ ਇਹ ਗੁਰਦੁਆਰਾ ਨਹੀਂ। ਇੱਥੇ ਅਸੀਂ ਮਰਿਆਦਾ ਕਾਇਮ ਰੱਖੀਏ ਤੇ ਸੰਸਾਰ ਦੇ ਵਿੱਚ ਮਰਿਆਦਾ ਭੁੱਲ ਜਾਈਏ। ਮਰਿਆਦਾ ਵਾਲਾ ਬੰਦਾ ਉਸ ਨੂੰ ਕਹਿੰਦੇ ਨੇ ਜਿਹੜਾ ਘਰ ਵੀ ਮਰਿਆਦਾ ਰੱਖਦਾ ਤੇ ਬਾਹਰ ਵੀ, ਜਿਹੜਾ ਘਰ ਦੀ ਗਲੀ ਦੇ ਵਿੱਚ ਵੀ ਮਰਿਆਦਾ ਨਾਲ ਚੱਲਦਾ, ਆਪਣੇ ਨਗਰ ਸ਼ਹਿਰ ਵਿੱਚ ਵੀ ਮਰਿਆਦਾ ਨਾਲ ਚੱਲਦਾ, ਆਪਣੇ ਜੀਵਨ ਨੂੰ ਮਰਿਆਦਾ ਵਿੱਚ ਰੱਖਦਾ, ਉਹਨੂੰ ਮਰਿਆਦਾ ਵਾਲਾ ਡਿਸਿਪਲਿਨ ਵਾਲਾ ਇਨਸਾਨ ਕਹਿੰਦੇ ਨੇ। ਇਹ ਨਹੀਂ ਆਪਣੇ ਘਰ ਦੀ ਸਾਫ਼ ਸਫਾਈ ਤੇ ਦੂਜੇ ਪਾਸੇ ਖਲਾਰਾ, ਇਹ ਕਦੀ ਮਰਿਆਦਾ। ਮੈਂ ਆਪਣੇ ਘਰ ਦੇ ਵਿੱਚ ਸਭ ਕੁਝ ਸਹੀ ਰੱਖਣਾ ਤੇ ਦੂਜੇ ਘਰ ਦੀ ਪਰਵਾਹ ਨਾ ਕਰਾਂ, ਬਾਹਰ ਕਿਸੇ ਦੀ ਪਰਵਾਹ ਨਾ ਕਰਾਂ। ਘਰ ਦੇ ਵਿੱਚ ਕੋਈ ਖਲਾਰਾ ਪਿਆ ਹੋਵੇ ਤੇ ਦਬਕੇ ਮਾਰ ਮਾਰ ਕਹਾਂ ਚੱਕੋ ਜੀ, ਤੇ ਬਾਹਰ ਆਪ ਖਲਾਰਾ ਪਾਉਂਦਾ ਫਿਰ, ਇਹ ਮਰਿਆਦਾ ਨਹੀਂ। ਇਸ ਕਰਕੇ ਮਰਿਆਦਾ ਵਾਲਾ, ਡਿਸਿਪਲਿਨ ਵਾਲਾ, ਜੀਵਨ ਵਾਲਾ ਉਸ ਨੂੰ ਕਹਿੰਦੇ ਨੇ ਜਿਸ ਦਾ ਘਰ ਵੀ ਜੀਵਨ ਹੈ, ਬਾਹਰ ਵੀ ਜੀਵਨ ਹੈ, ਇੱਕੋ ਵਰਗ ਹੈ। ਆਪਣੇ ਪਰਿਵਾਰ ਟੱਬਰ ਨਾਲ ਵੀ ਉਸੇ ਤਰ੍ਹਾਂ ਦਾ ਪ੍ਰੇਮ ਦਾ ਵਿਵਹਾਰ ਤੇ ਬਾਹਰ ਵੀ ਉਸੇ ਤਰ੍ਹਾਂ ਦਾ। ਇਹ ਨਹੀਂ ਬਾਹਰ ਮਿੱਠਾ ਮਿੱਠਾ ਘਰ ਕੌੜਾ ਜਾਂ ਘਰ ਮਿੱਠਾ ਬਾਹਰ ਕੌੜਾ। ਇੱਕੋ ਹੀ ਤਰ੍ਹਾਂ ਦਾ ਰੂਪ ਤੇ ਸੁਭਾਅ ਇਹ ਬਣਾਉਣਾ ਪਏਗਾ। ਮੈਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਮੈਨੂੰ ਵੀ ਤੁਹਾਨੂੰ। ਜੇ ਅਸੀਂ ਕਿਸੇ ਚੀਜ਼ ਦੀ ਡਿਸਕਸ਼ਨ ਨਹੀਂ ਕਰਾਂਗੇ ਤੇ ਮਨ ਮੋਲਡ ਕਿਵੇਂ ਹੋਏਗਾ? ਸਾਨੂੰ ਕਰਨੀ ਪੈਣੀ ਹੈ। ਹੋ ਸਕਦਾ ਕਿਸੇ ਦਿਨ ਮਨ ਦੇ ਚੋਟ ਲੱਗ ਜਾਏ, ਮੇਰੇ ਵੀ ਤੁਹਾਡੇ ਵੀ, ਇਹ ਬੰਦਾ ਬਣ ਜਾਏ। ਕੌਣ? ਮਨ। ਹੁਕਮ ਪਛਾਣੇ ਸੋ ਇੱਕੋ ਜਾਣੇ, ਬੰਦਾ ਕਹੀਏ ਸੋਈ ਸਭ ਕੱਟ ਤਿਸਕੇਓ, ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ। ਮਹਾਰਾਜ ਜੀ ਕਹਿੰਦੇ ਐਸੇ ਗੁਰੂ ਦੇ ਅੱਗੇ ਸੀਸ ਨਵਾਓ, ਉਸ ਨੂੰ ਨਮਸਕਾਰ ਕਰੋ, ਪ੍ਰਭ ਕੀ ਉਸਤਤ ਕਰੋ, ਦਿਨ ਰਾਤ ਤਿਸੇ ਧਿਆਵੋ, ਸਾਸ ਗਿਰਾਸ। ਉਸ ਪ੍ਰਮਾਤਮਾ ਦੀ ਸਦਾ ਉਸਤਤ ਕਹਿੰਦੇ ਕਰੋ, ਸਦਾ, ਸਵੇਰੇ ਤੇ ਸ਼ਾਮ ਨਹੀਂ। ਮਹਾਰਾਜ ਕਹਿੰਦੇ ਸਦਾ। ਸਦਾ ਦੇ ਵਿੱਚ ਤੇ 24 ਘੰਟੇ ਹੁੰਦੇ ਨੇ, ਸਦਾ ਵਿੱਚ 8 ਪਹਿਰ ਹੁੰਦੇ ਨੇ। 8 ਪਹਿਰ ਅਰਾਧੀਏ ਪੂਰਨ ਸਤਿਗੁਰ ਗਿਆਨ। ਇੱਥੇ ਬਹੁਤ ਵੱਡਾ ਇੱਕ ਸਵਾਲ ਖੜਾ ਹੁੰਦਾ ਵੀ 8 ਪਹਿਰ ਕਿੱਦਾਂ ਕੀਤਾ ਜਾ ਸਕਦਾ? 8 ਪਹਿਰ ਕਿਵੇਂ ਕਰਾਂਗੇ? ਰੋਟੀ ਕੌਣ ਪਕਾਏਗਾ ਜੀ? ਭਾਈ ਸਾਹਿਬ ਦੱਸੋ। 8 ਪਹਿਰ ਤੇ ਤੁਸੀਂ ਕਹਿੰਦੇ ਪਏ ਹੋ। ਮੱਝਾਂ ਨੂੰ ਪਾਣੀ ਕੌਣ ਡਾਏਗਾ? ਦਫ਼ਤਰ ਦੇ ਵਿੱਚ ਕੌਣ ਜਾਏਗਾ? ਦੁਕਾਨ ਤੇ ਕੌਣ ਜਾਏਗਾ? ਗਾਹਕ ਨਾਲ ਗੱਲ ਕੌਣ ਕਰੇਗਾ? ਛੱਡ ਦਈਏ ਸਭ ਕੁਝ। ਅਗਿਆਨੀ ਬੰਦਾ ਇਸ ਤਰ੍ਹਾਂ ਕਹੇਗਾ। ਸਾਹ ਲੈਂਦੇ ਆ, ਕਿਸੇ ਨੂੰ ਸੱਦਾ ਦਿੰਦੇ ਆ ਵੀ ਸਾਹ ਲੈਣਾ ਚੱਲ ਰਿਹਾ ਨਾ, ਕੋਈ ਸੋਚਦੇ ਨਹੀਂ। ਜੋ ਵੀ ਕੰਮ ਕਰਦੇ ਆ ਸਾਹ ਚੱਲ ਰਿਹਾ। ਬਾਣੀ ਵਿੱਚ ਲਿਖਿਆ ਸਾਸ ਸਾਸ ਸਿਮਰੋ ਗੋਬਿੰਦ। ਇੱਕਦਮ ਉਹ ਯਾਦ ਬਣ ਜਾਂਦਾ ਜਿਹਦੇ ਨਾਲ ਪ੍ਰੇਮ ਹੋਵੇ। ਇੱਕਦਮ ਉਹ ਸਾਡੇ ਹਿਰਦੇ ਵਿੱਚ ਵਸ ਜਾਂਦਾ ਜਿਸ ਨਾਲ ਪ੍ਰੇਮ ਹੋਵੇ। ਜਦੋਂ ਇੱਕ ਮਾਂ ਆਪਣੇ ਪੁੱਤਰ ਦੀ ਗੱਲ ਕਰਦੀ ਹੈ, ਉਸ ਨੂੰ ਕੁਝ ਚਿਰ ਪ੍ਰੈਕਟਿਸ ਨਹੀਂ ਕਰਨੀ ਪੈਂਦੀ ਮਮਤਾ ਦੀ। ਔਰਤ ਪਤਨੀ ਆਪਣੇ ਪਤੀ ਨੂੰ ਬਾਹਰੋਂ ਜਾਂ ਇੰਡੀਆ ਤੋਂ ਫੋਨ ਕਰਦੀ ਹੈ, ਉਹਨੂੰ ਕੁਝ ਘੰਟੇ ਤਿਆਰ ਨਹੀਂ ਹੋਣਾ ਪੈਂਦਾ ਉਸ ਪ੍ਰੇਮ ਦੀਆਂ ਗੱਲਾਂ ਦੇ ਲਈ। ਉਹ ਆਲਰੇਡੀ ਅੰਦਰ ਹੈ। ਮਾਂ ਦੀ ਮਮਤਾ ਬੱਚੇ ਦੇ ਲਈ ਆਲਰੇਡੀ ਚੱਲ ਰਹੀ ਹੈ ਨਾ ਕਿ ਨਹੀਂ? ਜਦੋਂ ਸਾਡੇ ਬੱਚੇ ਦੀ ਸਾਡੇ ਨਾਲ ਗੱਲ ਹੁੰਦੀ ਹੈ ਕਿ ਮਾਂ ਨੂੰ ਮਾਰ ਕਹਿੰਦੀ ਪੁੱਤ ਰੁਕ ਜਾ ਥੋੜ੍ਹੀ, ਮੈਂ ਮਮਤਾ ਇਕੱਠੀ ਕਰਕੇ ਲਿਆਵਾਂ, ਥੋੜ੍ਹਾ ਟਾਈਮ ਲੱਗਣਾ ਮੈਨੂੰ। ਕਦੀ ਵੀ ਨਹੀਂ। ਜਿਉਂ ਹੀ ਗੱਲ ਸ਼ੁਰੂ ਹੋਈ ਤਿਉਂ ਹੀ ਰਸ ਬਣ ਗਿਆ। ਧੀ ਪੇਕੇ ਹੋਵੇ, ਉਹ ਧੀ ਸਹੁਰੇ ਹੋਵੇ ਤੇ ਮਾਂ ਬਾਪ ਨੂੰ ਫੋਨ ਆਏ ਤੇ ਮਾਂ ਬਾਪ ਕਦੀ ਨਹੀਂ ਕਹਿੰਦਾ ਥੋੜ੍ਹਾ ਰੁਕ, ਮੈਂ ਥੋੜ੍ਹਾ ਸਮਾਂ ਬਣਾਉਣ ਲੱਗਾ ਵੀ ਪ੍ਰੇਮ ਅੰਦਰ ਪੈਦਾ ਹੋ ਜਾਏ, ਤੇਰੇ ਨਾਲ ਪ੍ਰੇਮ ਦੀਆਂ ਗੱਲਾਂ ਕਰੇ। ਇਹ ਤੇ ਨੈਚੁਰਲ ਹੀ ਹੈ, ਜਮਾਂਦਰੂ ਹੀ ਹੈ, ਇਹ ਤੇ ਅੰਦਰ ਹੀ ਹੈ। ਕੋਈ ਇੱਦਾਂ ਦੀ ਗੱਲ ਕਰਦਾ ਕਹਿੰਦਾ ਮੂਰਖ ਹੈ, ਕਿੱਦਾਂ ਦੀ ਗੱਲ ਕਰਨ ਲੱਗਾ? ਹਾਂ, ਜਦੋਂ ਰੱਬ ਦੇ ਨਾਲ ਗੱਲ ਕੀਤੀ ਜਾਵੇ, ਜਦੋਂ ਰੱਬ ਦੀ ਗੱਲ ਕੀਤੀ ਜਾਵੇ ਉਦੋਂ ਫਿਰ ਪ੍ਰੇਮ ਜੀ ਫਿਰ ਕਿਉਂ ਬਣਾਉਣਾ ਪੈਂਦਾ ਜੀ? ਥੋੜ੍ਹਾ ਜਿਹਾ ਇਕਾਗਰਤਾ ਨਹੀਂ ਬਣਦੀ। ਇਕਾਗਰਤਾ ਬਣਾਈਏ ਜੀ, ਅਡੋਲਤਾ ਨਹੀਂ ਆਉਂਦੀ, ਮਨ ਨਹੀਂ ਜੁੜਦਾ। ਜਦੋਂ ਆਪਣਿਆਂ ਦੇ ਨਾਲ ਪ੍ਰੇਮ ਦੀਆਂ ਗੱਲਾਂ ਇਹ ਕਰਦਾ, ਉਹ ਸੱਜਣਾ ਉਹਨੂੰ ਤੂੰ ਆਪਣਾ ਸਮਝਿਆ, ਗੁਰੂ ਨੂੰ ਆਪਣਾ ਸੱਚਮੁੱਚ ਸਮਝਿਆ ਹੁੰਦਾ ਨਾ, ਇਹ ਚੀਜ਼ ਉਦੋਂ ਹੀ ਬਣ ਜਾਣੀ ਸੀ। ਤਿਸੇ ਧਿਆਵੋ ਸਾਸ ਗਰਾਸ, ਪ੍ਰਭ ਕੀ ਉਸਤਤ ਕਰੋ ਦਿਨ ਰਾਤ। ਜਦੋਂ ਕੋਈ ਉਹਦੇ ਨਾਲ ਜੁੜਦਾ ਹੈ ਨਾ, ਜਿਹੜੇ ਜੁੜਦੇ ਨੇ ਉਹਨਾਂ ਨੂੰ ਸਮਝ ਆਏਗੀ
ਜਿਹੜੇ ਨਹੀਂ ਟੱਚ ਉਹਨਾਂ ਨੂੰ ਬਿਲਕੁਲ ਸਮਝ ਨਹੀਂ ਆਏਗੀ, ਜਿਹੜੇ ਥੋੜੇ ਜੁੜੇ ਨੇ ਉਹਨੂੰ ਥੋੜੀ ਆਏਗੀ, ਜਿਹੜੇ ਬਹੁਤੇ ਜੁੜੇ ਨੇ ਉਹਨੂੰ ਬਹੁਤਾ ਪਤਾ ਲੱਗੇਗਾ। ਠੀਕ ਹੈ ਜੀ। ਜਦੋਂ ਮਨੁੱਖ ਰੱਬ ਦੇ ਨਾਲ ਜੁੜ ਜਾਂਦਾ ਹੈ ਨਾ, ਜਿਹੜਾ ਸੱਚਮੁੱਚ ਜੁੜ ਜਾਂਦਾ ਹੈ, ਅਵਸਥਾ ਜਿਹੜੀ ਫਕੀਰਾਂ ਵਾਲੀ ਮਸਤਾਨੀ ਬਿਰਤੀ ਹੋ ਜਾਂਦੀ ਹੈ। ਉਹ ਕਦੀ ਹੱਸਦਾ ਰਹਿੰਦਾ, ਕਦੀ ਵਿਰਾਗ ਨਾਲ ਰੋਣ ਲੱਗ ਪੈਂਦਾ, ਪਤਾ ਨਹੀਂ ਕੀ ਚੱਲ ਜਾਂਦਾ ਅੰਦਰ। ਤੁਸੀਂ ਦੇਖੋਗੇ ਕੋਈ ਮਸਤਾਨੇ ਕਦੀ ਦੇਖਣਾ, ਉਹ ਆਪਣੇ ਰੰਗ ਵਿੱਚ ਹੱਸਦੇ ਨੇ, ਆਪਣੇ ਰੰਗ ਵਿੱਚ ਰੰਗ ਹੱਸੇ, ਰੰਗ ਰੋਵੇ ਚੁੱਪ ਪੀ ਕਰ ਜਾਏ, ਪ੍ਰਵਾਹ ਨਹੀਂ ਕਿਸੇ ਕੇਰੀ ਬਾਝ ਸੱਚੇ ਨਾ। ਇਸ ਕਰਕੇ ਉਹਨਾਂ ਨੂੰ ਉਸ ਪ੍ਰੇਮ ਨੂੰ ਇਕੱਠਾ ਕਰਨ ਦੇ ਲਈ ਸਮਾਂ ਨਹੀਂ ਲੱਗਦਾ। ਜਦੋਂ ਤਾਰ ਜੁੜਦੀ ਹੈ ਨਾ, ਇੱਕਦਮ ਅੰਦਰੋਂ ਸਭ ਕੁਝ ਫੁੱਟ ਪੈਂਦਾ। ਜਦੋਂ ਖੁਸ਼ੀ ਦੀ ਗੱਲ ਸੁਣਦੇ ਹਾਂ, ਬਿਮਾਰ ਬੰਦਾ ਵੀ ਉੱਠ ਕੇ ਬਹਿ ਜਾਂਦਾ ਹੈ। ਜਦੋਂ ਕਿਸੇ ਦੀ ਦੁੱਖ ਦੀ ਬੜੀ ਜ਼ਿਆਦਾ ਡਾਢੇ ਦੁੱਖ ਦੀ ਗੱਲ ਸੁਣਦੇ ਹਾਂ, ਚੰਗਾ ਭਲਾ ਬੰਦਾ ਖਲੋਤਾ ਬੇਹੋਸ਼ ਹੋ ਜਾਂਦਾ ਹੈ। ਧਿਆਨ ਦੇਣਾ, ਇਹ ਚੀਜ਼ਾਂ ਕਿੱਥੋਂ ਹੁੰਦੀਆਂ ਨੇ? ਪੈਦਾ ਅੰਦਰੋਂ ਹੋਈਆਂ ਨਾ। ਸੁੱਖ ਵੀ ਅੰਦਰੋਂ ਪੈਦਾ ਹੋਇਆ। ਖੁਸ਼ੀ ਨੇ ਸਾਨੂੰ ਡਿੱਗਿਆ ਨੂੰ ਚੁੱਕ ਦਿੱਤਾ, ਖੜੇ ਕਰ ਦਿੱਤਾ। ਕਿਸੇ ਦਾ ਦੁੱਖ ਸੁਣ ਲਿਆ, ਆਪਣੇ ਦਾ ਬਹੁਤ ਖਾਸ ਦਾ, ਤੇ ਚੰਗੇ ਭਲੇ ਬੰਦੇ ਨੂੰ ਚੱਕਰ ਆ ਕੇ ਤੇ ਧਰਤੀ ਤੇ ਡਿੱਗ ਗਿਆ। ਕਿੱਥੋਂ ਪੈਦਾ ਹੋਇਆ ਜੀ? ਅੰਦਰੋਂ। ਪ੍ਰੇਮ ਕਿੱਥੋਂ ਪੈਦਾ ਹੋਣਾ? ਅੰਦਰੋਂ। ਪ੍ਰੇਮ ਦੀ ਬਾਤ ਜ਼ਰੂਰ ਸੁਣਨੀ ਪੈਣੀ ਗੁਰੂ ਤੋਂ। ਪ੍ਰੇਮ ਨੇ ਵੀ ਅੰਦਰੋਂ ਪੈਦਾ ਹੋਣਾ। ਤੇ ਜਦੋਂ ਅਸੀਂ ਵਾਰ-ਵਾਰ ਲਿਖਿਆ ਬਾਣੀ ਵਿੱਚ, ਨਿਤ ਜਪੀਏ ਸਾਸ ਗਿਰਾਸ ਨਾਉ ਪਰਵਤਗਾਰ ਦਾ। ਜਦੋਂ ਕੋਈ ਗੁਰੂ ਦੇ ਨਾਲ ਬਹੁਤ ਜੁੜ ਜਾਏ, ਤੁਸੀਂ ਦੇਖਣਾ ਉਹ ਚੱਲਦਾ ਫਿਰਦਾ ਤੁਰਦਾ ਫਿਰਦਾ, ਉਹਨੂੰ ਰਸ ਜਿਵੇਂ ਟਪਕਦਾ ਕਹਿੰਦੇ ਆ ਨਾ। ਗੁਰਮੁਖ ਰੋਮ ਰੋਮ ਲਿਖਿਆ ਬਾਣੀ ਵਿੱਚ, ਗੁਰਮੁਖ ਰੋਮ ਰੋਮ ਹਰ ਧਿਆਵੇ। ਏਦਾਂ ਉਹ ਹੱਸਦਾ ਹੀ ਰਹਿੰਦਾ, ਖੁਸ਼ ਹੀ ਰਹਿੰਦਾ। ਵਾਹ ਮਾਲਕ, ਮੇਰੇ ਨਾਲ ਆ ਹੋ ਗਿਆ। ਜੇ ਕਿਤੇ ਉਹ ਡਿੱਗ ਕੇ ਉਹਦੇ ਚੋਟ ਵੀ ਲੱਗ ਜਾਏ ਤਾਂ ਵੀ ਉਹ ਕਹਿੰਦਾ, ਮਾਲਕ ਆ ਅੱਜ ਹੋ ਗਿਆ, ਆ ਕਰ ਦਿੱਤਾ, ਤੂੰ ਮੈਨੂੰ ਬਚਾ ਲਿਆ। ਉਹ ਫਿਰ ਵੀ ਸ਼ੁਕਰਾਨੇ ਕਰੇਗਾ। ਮਤਲਬ ਹਰ ਵੇਲੇ ਉਹਦੇ ਅੰਦਰ ਉਹ ਯਾਦ ਬਣ ਕੇ ਬੈਠਾ, ਉਹਨੂੰ ਯਾਦ ਕਰਨਾ। ਉਹ ਤਾਂ ਯਾਦ ਹੈ, ਕੀ ਯਾਦ ਕਰਾਂਗੇ? ਉਹ ਭੁੱਲਦਾ ਹੀ ਨਹੀਂ। ਜੋ ਜੁੜਿਆ ਹੁੰਦਾ ਉਸ ਨਾਲ ਉਹਨੂੰ ਨਹੀਂ ਭੁੱਲਦਾ, ਉਹ ਹਮੇਸ਼ਾ ਰਹਿੰਦਾ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਜਿਵੇਂ ਆਪਣੇ ਨਹੀਂ ਭੁੱਲਦੇ, ਆਪਣਿਆਂ ਨੂੰ ਯਾਦ ਕਰਨ ਦੇ ਲਈ ਨਾ ਫੋਟੋ ਰੱਖਣੀ ਪੈਂਦੀ ਹੈ, ਨਾ ਕੋਈ ਵੀਡੀਓ ਲਾਉਣੀ ਪੈਂਦੀ ਹੈ। ਉਸੇ ਤਰ੍ਹਾਂ ਹੀ ਕੰਨ ਦੇ ਨਾਲ ਗੱਲ ਸੁਣੋ, ਅੱਖਾਂ ਮੀਟ ਕੇ ਆਪਣੇ ਦਾ ਚਿਹਰਾ ਆਪਣੇ ਮੂਹਰੇ ਆ ਜਾਂਦਾ। ਜੇ ਗੁਰੂ ਨਾਨਕ ਆਪਣਾ, ਸਾਡਾ ਗੁਰੂ ਗ੍ਰੰਥ ਸਾਹਿਬ ਆਪਣਾ, ਤੇ ਰਸ ਆਪਣੇ ਆਪ ਬਣ ਜਾਏਗਾ। ਸੋ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਪ੍ਰਭੂ ਕੀ ਉਸਤਤ ਕਰੋ ਦਿਨ ਰਾਤ, ਤੇ ਸਿੱਖ ਧਿਆਵੋ ਸਾਸ ਗਰਾਸ। ਇੱਕ ਹੋਰ ਪੰਕਤੀ ਨਾਲ ਜੋੜ ਦਿੰਦੇ ਆ। ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਡਰਾਈਵਿੰਗ ਕਰਨ ਵਾਲੇ, ਧਿਆਨ ਦੇਣਾ, ਡਰਾਈਵਰੀ ਕਰਨ ਵਾਲੇ ਤੁਸੀਂ ਦੇਖਣਾ, ਉਹ ਦੂਜੇ ਨਾਲ ਗੱਲਾਂ ਵੀ ਕਰੀ ਜਾਂਦੇ ਨੇ। ਉਹ ਬ੍ਰੇਕ ਲਾਉਣ ਲੱਗੇ ਥੱਲੇ ਪੈਰ ਵੱਲ ਦੇਖਦੇ ਨੇ? ਨਹੀਂ। ਉਹ ਗੱਡੀ ਚਲਾਉਣ ਲੱਗੇ ਸਟੀਅਰਿੰਗ ਵੱਲ ਦੇਖਦੇ ਨੇ? ਨਹੀਂ। ਉਹ ਹੌਰਨ ਵਜਾਉਣ ਵੇਲੇ ਹੌਰਨ ਦੇ ਬਟਨ ਵੱਲ ਦੇਖਦੇ ਨੇ? ਨਹੀਂ। ਅੱਖਾਂ ਉਹਨਾਂ ਦੀਆਂ ਸਾਹਮਣੇ ਹੈ ਤੇ ਕੰਮ ਸਭ ਕੁਝ ਹੋ ਰਿਹਾ। ਹੈਰਾਨਗੀ ਦੀ ਗੱਲ ਹੈ ਨਾ, ਹੈਰਾਨਗੀ ਦੀ ਗੱਲ ਹੈ। ਤੁਸੀਂ ਧਿਆਨ ਦੇਣਾ, ਇਹ ਪ੍ਰੈਕਟੀਕਲ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ। ਕਈ ਵਾਰ ਮਨ ਜੁੜਦਾ ਨਹੀਂ ਤੇ ਜਪਜੀ ਸਾਹਿਬ ਦਾ ਪਾਠ ਵੀ ਹੋ ਜਾਂਦਾ, ਫਿਰ ਸੋਚੀਦਾ ਵੀ ਇਹ ਕੌਣ ਕਰ ਗਿਆ। ਤੁਸੀਂ ਇੱਦਾਂ ਦੇਖਣਾ, ਤੁਸੀਂ ਰਿਕਾਰਡ ਕਰਕੇ ਦੇਖੋ ਆਪਣੀ ਬਾਣੀ ਜਦੋਂ ਪੜ੍ਹਦੇ ਹੋ ਨਾ, ਮਨ ਬਿਲਕੁਲ ਨਾ ਲੱਗੇ, ਤੁਸੀਂ ਬਾਣੀ ਪੜ੍ਹੀ ਜਾਓ, ਉਹ ਬਿਲਕੁਲ ਸਾਫ਼ ਸਹੀ ਪੜ੍ਹ ਹੋਏਗੀ। ਮਨ ਕਿਧਰੇ ਹੋਰ ਸੀ ਤੇ ਬਾਣੀ ਦੇ ਸਾਰੇ ਅੱਖਰ ਸਹੀ ਪੜ੍ਹ ਹੋਏ, ਉਹਨੇ ਟਾਈਮ ਵਿੱਚ ਹੀ ਪੜ੍ਹ ਹੋਏ। ਜਦ ਦੇ ਘੰਟੇ ਦੇ ਵਿੱਚ ਜਪਜੀ ਸਾਹਿਬ ਕਰਦੇ ਆ, ਰਿਕਾਰਡਿੰਗ ਕਰਕੇ ਕੋਈ ਦੇਖਣਾ, 1 ਦਿਨ 2 ਦਿਨ 5 ਦਿਨ 10 ਦਿਨ, ਇਹ ਜ਼ਰੂਰੀ ਨਹੀਂ ਵੀ 10 ਦਿਨ ਹੀ ਮਨ ਟਿਕੇ। ਹੋ ਸਕਦਾ ਕਿਸੇ ਦਾ 10 ਦਿਨ ਟਿਕ ਸਕਦਾ, ਹੋ ਸਕਦਾ ਕਿਸੇ ਦਾ 1-2 ਦਿਨ ਨਾ ਟਿਕੇ। ਉਹਦੇ ਵਿੱਚ ਵੀ ਜਿਹੜੀ ਬਾਣੀ ਪੜ੍ਹੀ ਗਈ ਹੋਏਗੀ, ਉਹ ਵੀ ਉਸੇ ਤਰ੍ਹਾਂ ਹੀ ਉਸੇ ਲਹਿਜੇ ਵਿੱਚ ਬਾਣੀ ਪੜ੍ਹੀ ਗਈ, ਪਰ ਮਨ ਸਾਡਾ ਉਦੋਂ ਹੈ ਹੀ ਨਹੀਂ, ਸਾਨੂੰ ਪਤਾ ਹੀ ਲੱਗਾ ਵੀ ਇਹ ਕਦੋਂ ਪੜ੍ਹੀ ਗਈ। ਇਹ ਕਿਹੜੀ ਚੀਜ਼ ਹੈ ਜਿਹੜੀ ਪੜ੍ਹ ਰਹੀ ਹੈ? ਕੋਈ ਹੈ, ਕੋਈ ਉਹ ਤਾਕਤ ਹੈ ਅੰਦਰ। ਇਸ ਕਰਕੇ ਇਸ ਤਰ੍ਹਾਂ ਹੋ ਸਕਦਾ, ਜੀਵ ਨਾ ਹਿੱਲੇ ਪਰ ਸਿਮਰਨ ਹੋ ਜਾਏ। ਡਰਾਈਵਰ ਕਿਸੇ ਵੀ ਚੀਜ਼ ਵੱਲ ਨਾ ਦੇਖੇ ਪਰ ਆਪਣੀ ਮੰਜ਼ਿਲ ਤੇ ਪੁੱਜ ਜਾਂਦਾ ਤੇ ਪੁਜਾ ਦਿੰਦਾ। ਸਿਰਫ ਉਹਦੀਆਂ ਅੱਖੀਆਂ ਜਿਹੜੀਆਂ ਨੇ ਉਹ ਸੜਕ ਨੂੰ ਦੇਖਦੀਆਂ ਨੇ। ਉਹਨੂੰ ਧਿਆਨ ਦੇ ਨਾਲ ਆਪਣੇ ਰਸਤੇ ਨੂੰ ਦੇਖਣਾ ਬਹੁਤ ਜ਼ਰੂਰੀ ਹੈ। ਗੁਰਮਤਿ
एक रस्ता है, ध्यान देना, गुरमत एक रस्ता है। असी अपने रस्ते वाल देखी जाना, देखी जाना, ते फिर रस्ते ते वही चल सकता जिसने पहला प्रैक्टिस की होएगी, जिहदा लाइसेंस बनया होएगा गड्डी वही चलाएगा। दूसरा गड्डी दे किवें चला, मैनूं हुण गड्डी कार नहीं चलाउणी आउंदी, मैं चढ़ ही नहीं सकदा सड़क के उपर, मैं बिल्कुल नहीं चढ़ सकता। भावें मेरे कोई घर की गड्डी क्यों ना हो 10 लाख की खड़ी, मैं चढ़ ही नहीं सकता, क्योंकि मेरे को लाइसेंस नहीं, मेरे को प्रैक्टिस नहीं, मेरे को तजुर्बा नहीं। जिहड़ा गुरबाणी दे नाल टच होएगा, जिहड़ा रोज़ सरवण करदा होएगा, तुसीं हुण रोज़ कथा कर सरवण करदे हो, ये भावें मैं 4 घंटे भी कर सकदा, हो सकदा शरीर है मूँह सुक जाए, प्यास लग जाए, पर ये गल खत्म नहीं हो सकती। जिन्ना मर्जी चिर बोल सकते हैं, गुरु की किरपा दे नाल ये नाल है। ਇਹਦਾ मतलब ਜਦੋਂ ਅਸੀਂ किस चीज़ ਨਾਲ टच ਹੁੰਦੇ ਆ, ਉਹ चीज़ ਸਾਡਾ एक अंग बन जाती है, ਸਾਡੇ ਸੁਭਾਅ ਦੇ ਵਿੱਚ, ਸਾਡੀ ਅੰਤਰ ਆਤਮਾ ਵਿੱਚ ਇੱਕ ਲੜੀ ਦੇ ਰੂਪ ਵਿੱਚ ਪਰੋਈ ਜਾਂਦੀ, ਉਹ ਮੁੱਕਦੀ ਨਹੀਂ। ਤੇ ਜਦੋਂ ਕੋਈ ਵਾਰ-ਵਾਰ ਸਤਿਗੁਰੂ ਜੀ ਦਾ ਨਾਮ ਲਏਗਾ, ਹਰ ਗੱਲ ਦੇ ਨਾਲ ਵਾਹਿਗੁਰੂ ਕਹਿ ਦੇਣਾ ਚਾਹੀਦਾ ਤੇ ਵਾਹਿਗੁਰੂ ਦੀ ਆਦਤ ਬਣ ਜਾਊਗੀ। ਸੋ ਮਹਾਰਾਜ ਜੀ ਕਹਿੰਦੇ ਇਹਦੇ ਭਾਈ ਪ੍ਰੈਕਟਿਸ ਕਰਨੀ ਪਏਗੀ। ਇਹ ਤੇ ਹੋ ਸਕਦਾ ਅਭਿਆਸ ਰਾਹੀਂ ਤੈਨੂੰ ਆ ਜਾਏ, ਹੋ ਸਕਦਾ ਵੀ ਸਹਿਜੇ ਨਾਲ ਚੱਲਦਾ ਰਹੇ ਉੱਦਾਂ ਵੀ ਆ ਜਾਏ। ਜੁੜਨ ਦੀ ਗੱਲ ਹੈ, ਕਿਸੇ ਤਰ੍ਹਾਂ ਜੁੜ ਜਾ, ਵਾਜੇ ਤੇ ਵਾਹਿਗੁਰੂ ਵਾਹਿਗੁਰੂ ਕਰ ਲੈ, घर बैठा भी कर लै, गुरुद्वारे भी कर लै, जिथे मर्जी कर लै, पर यह ना समझना भी गुरु घर नहीं आना। जिथे मर्जी कर लै, तैनू वो तजर्बा प्रैक्टिस होनी चाहिए है, फिर जुड़न नूं टाइम नहीं लगना। ज्यों गड्डी ते बैठा चल लगा, रस्ते ते दौड़नी, गड्डी शुरू हो जाएगी, ड्राइवर गड्डी ते अजे बहिंदे ही ने, चल चौथा गेयर पा देंदे ने अद्धे मिनट दे विच ते गड्डी शुकदी जांदी है। क्यों? उन्हां कोल तजर्बा है, उन्होंने को लाइसेंस है, कोई डर नहीं उन्होंने को प्रैक्टिस है। सो जो बाणी दे नाल टच रहिंदा है, जो गुरबाणी नूं खोजदा है, जो इतिहास नूं पढ़ी जांदा है, जिथे भी देखदा है रब नूं देखदा है भी ये हवा चल रही है, ये रब है, ये रब किवें है, उहदे बारे सोचो। आ पक्खा चलदा, इहदे बारे सोचो भी ये पक्खा चलदा पिया, ये रब किवें है, आपे पता लग जाएगा। जदों असीं महाराज जी कहंदे खोजत खोजत खोजिया, रिसर्च करनी पेगी, खोजत खोजत खोजिया नामे बिन सब घूर। जो पिछे जावांगे मूल दिसेगा रब परमात्मा। जे माइक राही तुहाडे तक आवाज़ पहुँच रही है देश प्रदेश, इसदा मतलब इसदा मुੱਢ मूल रूप है रब। ये तकनीक कितों आई है? पिछे चले जाओ चले जाओ चले जाओ चले जाओ। माँ के पेट दे विचों कोई जहाज लैके नहीं आया, माँ के पेट दे विचों कोई बिल्डिंगां लैके नहीं आया, आर्कीटैक्ट बन के नहीं आया। रब ने इसनूं बनाया है, आपे भांडे साजिन आपे पूर्ण दे। इसनूं साइंसदान किसने बनाया? रब ने। इसनूं पायलट किने बनाया? परमात्मा ने, जहाज उड़ाउण वाला। इसनूं ज्ञानी किवें बनाया? किसने बनाया? उस परमात्मा ने। इस करके सब कुछ परमात्मा ही करवाउंदा है। उसनूं हाजर नाजर मन के जिहड़ा उसनूं सदा याद करदा है, वो सास गिरास हो जाता है, सास सास विच वस जाता है। इस करके महाराज जी फरमान करते हैं, प्रभु की उस्तत करो दिन रात तिसे ध्याओ, सास गिरास सब कुछ वरते तिसका की है। जिवें पहला बेनती की थी, जो कोई भी है वो परमात्मा करके है भाई। परमात्मा ने दिमाग बख्शिया। देखो इको माँ दे दो पुत हुंदे ने, एक जिहड़े बिल्कुल सही नहीं हुंदा, एक बहुत वड्डा अफसर बनया हुंदा है, ते ओ है ते दोवें इक्को ही खून, इक्को ही तरीके दे नाल, इक्को ही तरह के खाण पीण नाल वो पैदा होए, पर वो अलग अलग चले गए, अलग अलग चले गए। इस करके ये सारा खेल परमात्मा दा है। ते कोई दावा ना करे मैं कर रहे हैं, मैं सुन रहे हैं, मैं सुना रहे हैं, मैं कमा रहे हैं, मैं दे रहे हैं, मैं वंड रहे हैं ना। सब कुछ वरते तिसका किया, हर खेड ओदी वरताई हुई है। जैसा करे तैसा को थिया। जिमें वो तोरदा है, काट की पुतरी कहाँ करे बपरी खिलाव ना रोजान, अपना खेल आप कर दे के रोज सुनते हैं। वो सारा कुछ ये सब कुछ आप ही करदा है, आप ही करता पुरख नूं क्यों कहंदे ने? एक ओंकार सतनाम करता पुरख। करते पुरख का मतलब की है? करने वाला, साजन वाला, बनाउण वाला, भांडियां नूं बनाउण वाला,
सारी सृष्टि नूं साजण वाला। इस करके वो करते पुरख ने ही सानू पैदा किया, जैसा करे तैसा गौथिया, अपना खेल आप करने हार, अपनी रचना अपना खेल उसने आप ही रचिया, दूसर कौन गए विचार, किहड़ा उन्होंने सलाह दे सकता जी, रब नूं किहड़ा सलाह दे सकता, रब्बा इदां कर। महाराज जी कहते जिवें वो चाहेगा, जिवें वो चाहुंदा है, वो बहुत चंगा चाहुंदा है, बहुत चंगा करता है। दूसर कौन, कौन है भी तू दूसरा, दूसर कौन कहे विचार, किहड़ी तू विचार उन्होंने दस सकता भी तू इदां कर, तेरा किता कुछ नहीं होना। इस करके उस परमात्मा ने जो कुछ करना वही होना है। आखिरी पंक्ति, जिसनों कृपा करे तिस आपन नाम दे, बड़भागी नानक जन से। जिसनों कृपा करे तिस आपन नाम दे, बड़भागी नानक जन से। नाम का मतलब बहुत वड्डी सोझी, ज्ञान, अकल, सेंस। नाम का मतलब केवल ये नहीं भी मैं वाहिगुरु 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 राम 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 करदा। मैं कई देखे ने जिहड़े इदां करदे ने, गालां भी बहुत वड्डियां वड्डियां कढ़दे ने, गुस्ताखी माफ, इदां भी हुंदा। ਇਹਦਾ मतलब ਉਹਦੇ ਇਕੱਲੇ ਵਾਹਿਗੁਰੂ 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 ਰਾਮ ਰਾਮ ਕਹਿਣ ਦੇ ਨਾਲ ਸੁਭਾਅ ਤੇ ਬਦਲਿਆ ਹੀ ਨਹੀਂ। ਫਿਰ ਉਹਦਾ ਰਾਮ ਜਾਂ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਮਤਲਬ ਕੀ ਹੋਇਆ? ਜਦੋਂ ਤੱਕ ਚੇਂਜ ਨਹੀਂ ਹੁੰਦਾ ਇਨਸਾਨ, ਉਦੋਂ ਤੱਕ ਉਹਨੂੰ ਨਾਮੀ ਨਹੀਂ ਕਿਹਾ ਜਾ ਸਕਦਾ। ਉਦੋਂ ਤੱਕ ਨਹੀਂ ਕਿਹਾ ਜਾ ਸਕਦਾ ਵੀ ਉਹ ਨਾਮ ਦੀ ਕਮਾਈ ਵਾਲਾ ਹੈ। ਜਦੋਂ ਤੱਕ ਸੁਭਾਅ ਚੇਂਜ ਨਹੀਂ ਹੁੰਦਾ, ਜਦੋਂ ਤੱਕ ਸੋਚ ਚੇਂਜ ਨਹੀਂ ਹੁੰਦੀ, ਜਦੋਂ ਤੱਕ ਵਿਚਾਰ ਨਹੀਂ ਬਦਲਦੇ, ਉਦੋਂ ਤੱਕ ਨਾ ਕੋਈ ਸਮਝੇ ਮੈਂ ਨਿਤਨੇਮੀ, ਮੈਂ ਪ੍ਰੇਮੀ, मैं गुरु नानक दा सिख। गुरु नानक दा सिख मर्यादा विच हुंदा है। मर्यादा कली एक जगह नहीं हुंदी, जिथे भी जाने हाँ उत्थे ही मर्यादा ते डिसिपलिन बनाउणा पएगा, फिर आख्या जा सकदा है ये बंदे कोल कुछ है। मेरियां गल्लां दे नाल मैं थोड़ो नामी बन जाना। जदों तुसीं मेरे नाल वरतोगे, ਜਦੋਂ ਮੇਰੇ ਸੁਭਾਅ ਦੇ ਨਾਲ ਤੁਹਾਡੀ ਸਾਂਝ ਬਣੇਗੀ, ਵਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ। ਹੋ ਸਕਦਾ ਤੁਹਾਡੇ ਬਾਰੇ ਲੋਕ ਬੁਰਾ ਕਹਿੰਦੇ ਹੋਣ ਦੂਸਰੇ ਨੂੰ, ਹੋ ਸਕਦਾ ਮੇਰੇ ਬਾਰੇ ਬੁਰਾ ਕਹਿੰਦੇ ਹੋਣ। ਜਿਹੜਾ ਸੁਣ ਕੇ ਮੰਨ ਲੈਂਦਾ ਸਭ ਤੋਂ ਵੱਡਾ ਅਗਿਆਨੀ ਤੇ ਮੂਰਖ ਹੁੰਦਾ। ਕੋਈ ਕੰਜੂਸ ਹੈ, ਤੁਹਾਨੂੰ ਦੱਸਦਾ ਉਹ ਬੜਾ ਕੰਜੂਸ ਹੈ, ਤੁਸੀਂ ਮੰਨ ਲਿਆ ਤੁਸੀਂ ਮੂਰਖ ਹੋ। ਤੁਸੀਂ ਉਹਦੇ ਨਾਲ ਵਰਤੋ, ਉਹਦੇ ਕੋਲ ਬੈਠੋ, ਉਹਦੇ ਨਾਲ ਸਾਂਝ ਕਰੋ, ਪਤਾ ਫਿਰ ਲੱਗਦਾ ਵਾਹ ਪਿਆ ਜਾਣੀ ਜਾਂ ਰਾਹ ਪਿਆ ਜਾਣੀ। ਅਸੀਂ ਕਿਸੇ ਨੂੰ ਮਿਲੇ ਨਹੀਂ, ਅਸੀਂ ਕਿਸੇ ਦੇ ਨਾਲ ਗੁਫ਼ਤਗੂ ਕੀਤੀ ਨਹੀਂ, ਤੇ ਅਸੀਂ ਸਰਟੀਫਿਕੇਟ ਇੱਕਦਮ ਸਾਈਨ ਕਰਕੇ ਫੜਾ ਦਿੱਤਾ, ਉਹ ਬੜਾ ਭੈੜਾ ਬੰਦਾ। ਵਾਹ ਵੀ ਐਡੀ ਵੱਡੀ ਅਕਲ ਕਿੱਥੋਂ ਲਈ? ਵੀ ਕਿਹੜੇ ਸਕੂਲ 'ਚੋਂ ਪੜ੍ਹਿਆ ਤੂੰ? ਕਿਹੜੇ ਸਕੂਲ 'ਚੋਂ ਪੜ੍ਹਿਆ? ਕਿਸੇ ਨੂੰ ਤੂੰ ਮਿਲਿਆ ਨਹੀਂ, ਕਿਸੇ ਦੇ ਨਾਲ ਤੂੰ ਪ੍ਰਸ਼ਾਦਾ ਨਹੀਂ ਛਕਿਆ, ਕਿਸੇ ਦੇ ਘਰ ਵਿੱਚ ਜਾ ਕੇ ਤੂੰ ਇੱਕ ਰਾਤ ਰਿਹਾ ਨਹੀਂ, ਉਹਦੇ ਬਾਰੇ ਐਡੀ ਵੱਡੀ ਗੱਲ ਸੁਣ ਕੇ ਤੇ ਅੱਗੇ ਸੁਣਾ ਦਿੱਤੀ। ਬੜੀ ਵੱਡੀ ਪੜ੍ਹਾਈ ਹੋਏਗੀ ਤੇਰੀ, ਜ਼ੀਰੋ ਤੇਰੀ ਪੜ੍ਹਾਈ, ਜ਼ੀਰੋ ਤੇਰੇ ਸੰਸਕਾਰ। ਜਿੰਨੇ ਤੈਨੂੰ ਅਕਲ ਦਿੱਤੀ ਉਹਦੇ ਬਾਰੇ ਵੀ ਸਵਾਲ ਪੈਦਾ ਹੋਏਗਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸੁਣ, ਪਹਿਲਾਂ ਕਿਸੇ ਨੂੰ ਸੁਣ ਚੰਗੀ ਤਰ੍ਹਾਂ, ਫਿਰ ਉਸ ਦੇ ਕੋਲ ਬੈਠ, ਉਸ ਦੇ ਨਾਲ ਵਿਚਾਰ ਕਰ, ਉਸ ਦੇ ਨਾਲ ਜੇ ਤੇਰਾ ਵਿਹਾਰ ਬਣਾਉਣ ਨੂੰ ਦਿਲ ਕਰਦਾ ਹੈ ਬਣਾ, ਫਿਰ ਤੈਨੂੰ ਪਤਾ ਲੱਗੇਗਾ ਉਹ ਬੰਦਾ ਚੰਗਾ ਜਾਂ ਮਾੜਾ। ਕਿਸੇ ਦੇ ਕਹਿਣ 'ਤੇ ਕਿਸੇ ਨੂੰ ਚੰਗਾ ਕਹਿਣਾ ਵੀ ਸਿਆਣਪ ਨਹੀਂ, ਕਿਸੇ ਦੇ ਕਹਿਣ 'ਤੇ ਕਿਸੇ ਨੂੰ ਮਾੜਾ ਕਹਿਣਾ ਵੀ ਸਿਆਣਪ ਨਹੀਂ। ਪਰਖ ਕੇ ਲੈਂਦੇ ਆ ਨਾ ਸੋਨਾ, ਪਰਖ ਕੇ ਲੈਂਦੇ ਆ ਨਾ ਸੌਦਾ। ਤੇ ਫਿਰ ਜਦੋਂ ਕਿਸੇ ਦੇ ਨਾਲ ਸਾਂਝ ਪਾਣੀ ਉਦੋਂ ਵੀ ਪਰਖ ਕਰ ਲੈਣੀ ਚਾਹੀਦੀ। ਆਖਰੀ पंक्ति, जिसनों कृपा करे तिस आपन नाम दे। परमात्मा जिस ते कृपा करता है उसनों अपना नाम, मतलब उसनों बड़ी वड्डी सोझी, बहुत वड्डी वड्डी दात ज्ञान दी दे दिंदा है। क्योंकि ज्ञान जिस कोल है वो हर कदम जिहड़ा है सोच सोच के चक के रखदा है, ज्ञानी बंदा। तो जिहड़ा अज्ञानी है वह एवें मारी जाता इधर उधर दीयां गल्लां। बंदा कहता चल उठ के चलीए तो मूर्ख बोली जाता बिना वजह। जिहड़ा ज्ञानी है वह तुलदा फिर बोलदा है।
ਸੋਚ ਕੇ ਬੋਲਦਾ। ਉਹਨੂੰ ਪਤਾ ਜ਼ਿਆਦਾ ਬੋਲਣ ਦੇ ਨਾਲ ਇੱਜ਼ਤ ਘਟਦੀ ਹੈ। ਧਿਆਨ ਦੇਣਾ, ਜ਼ਿਆਦਾ ਬੋਲਣ ਦੇ ਨਾਲ ਤੁਹਾਡੀ ਗੱਲ ਦਾ ਪ੍ਰਭਾਵ ਘਟਦਾ ਹੈ। ਜ਼ਿਆਦਾ ਬੋਲ ਕੇ ਦੇਖ ਲਓ 4 ਬੰਦਿਆਂ ਦੇ ਵਿੱਚ, ਦੂਸਰੀ ਵਾਰ ਤੁਹਾਨੂੰ ਸੁਣਨਗੇ। ਜਿਹੜਾ ਘੱਟ ਬੋਲਦਾ ਨਾ, ਜਦੋਂ ਉਹ ਹੌਲੀ ਬੋਲਦਾ ਨਾ, ਲੋਕੀ ਕਹਿੰਦੇ ਸੁਣੋ ਵੀ ਇਹ ਵੀ ਬੋਲਿਆ। ਜਿਹੜਾ ਬੋਲੀ ਜਾਂਦਾ ਉਹਦੀ ਗੱਲ ਹੀ ਕੱਟ ਦਿੰਦੇ ਨੇ ਅੱਗੇ। ਇਸ ਕਰਕੇ ਬਹੁਤਾ ਬੋਲਣ ਚੱਕਣ ਹੋਏ। ਸੋ ਆਖਰੀ ਪੰਕਤੀ, ਜਿਸ ਨੂੰ ਕਿਰਪਾ ਕਰੇ ਤੇ ਸਾਪਨ ਨੇ ਨਾਮ ਦੇ। ਜਿਸ ਤੇ ਵਾਹਿਗੁਰੂ ਪਰਮਾਤਮਾ ਕਿਰਪਾ ਕਰਦਾ, ਬਹੁਤ ਵੱਡੀ ਦਾਤ ਆਪਣੀ ਨਾਮ ਮਤਲਬ ਸੋਝੀ ਗਿਆਨ ਦੇ ਦਿੰਦਾ। ਬੜਭਾਗੀ ਨਾਨਕ ਜਨ ਸੇ, ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ। ਸੋ ਇਹ ਸੀ ਅੱਜ ਦੀਆਂ ਸ਼ਬਦ ਦੀਆਂ ਵਿਚਾਰਾਂ। ਬਹੁਤ ਪਿਆਰੀਆਂ ਵਿਚਾਰਾਂ ਮਹਾਰਾਜ ਜੀ ਨੇ ਬਖਸ਼ੀਆਂ। ਬਹੁਤ ਵੱਡਾ ਮਹਾਰਾਜ ਜੀ ਨੇ ਗਿਆਨ ਬਖਸ਼ਿਆ। ਮਹਾਰਾਜ ਜੀ ਜੋ ਗਿਆਨ ਬਖਸ਼ਿਆ ਇਹਦੇ ਮੁਤਾਬਕ ਸਾਡਾ ਜੀਵਨ ਵੀ ਬਣ ਜਾਏ। ਸਾਨੂੰ ਬਖਸ਼ ਲਓ, ਸਾਨੂੰ ਅਸੀਸ ਦਿਓ। ਜੋ ਮਹਾਰਾਜ ਜੀ ਤੁਸੀਂ ਮੂੰਹ ਚੋਂ ਕਢਵਾਇਆ ਜਾਂ ਸਾਨੂੰ ਸਰਵਣ ਕਰਵਾਇਆ, ਸਾਡੀ ਕੋਈ ਔਕਾਤ ਨਹੀਂ ਵੀ, ਸਾਡੀ ਕੋਈ ਤਾਕਤ ਨਹੀਂ ਵੀ ਇਹ ਚੀਜ਼ਾਂ ਨੂੰ ਮੰਨ ਜਾਈਏ ਜਾਂ ਇਸ ਜੋਗੇ ਹੋ ਜਾਈਏ। ਹਾਂ, ਤੇਰੀ ਬਖਸ਼ਿਸ਼ ਹੋ ਜਾਏ ਨਾ, ਫਿਰ ਜੋਗੇ ਹੋ ਜਾਏਂਗੇ। ਜੇ ਤੇਰੀ ਮਿਹਰ ਰਹੀ ਨਾ ਮਹਾਰਾਜ ਜੀ, ਫਿਰ ਇਹ ਕਮਾ ਵੀ ਲਵਾਂਗੇ। ਇਸ ਕਰਕੇ ਸਾਡੇ ਔਗਣਾਂ ਵੱਲ ਨਾ ਦੇਖਣਾ, ਸਾਨੂੰ ਵਿਵੇਕ ਬਖਸ਼ਣਾ, ਸਾਡੇ ਤੇ ਮਿਹਰ ਕਰਨੀ, ਅਸੀਂ ਇਸ ਜੋਗੇ ਹੋ ਜਾਈਏ। ਮਤਲਬ ਜੋ ਤੁਸੀਂ ਸਾਨੂੰ ਸਰਵਣ ਕਰਵਾਇਆ, ਜੋ ਸਾਨੂੰ ਤੁਸੀਂ ਗਿਆਨ ਦਿੱਤਾ, ਇਹ ਗਿਆਨ ਸਾਡੇ ਅੰਦਰ ਵਸ ਜਾਏ। ਸਾਡਾ ਪ੍ਰੈਕਟੀਕਲ ਜੀਵਨ ਜਿਹੜਾ ਉਹ ਗੁਰਮਤਿ ਵਾਲਾ ਹੋ ਜਾਏ। ਸੋ ਸਾਧ ਸੰਗਤ ਜੀ, ਇੰਨੀ ਸੇਵਾ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।